दोहरा प्रथम समय श्री गुरु जी धर्म सुप्रीचा हित करियो जग निवता देओ भोजन करियो संकेत। वाहिगुरु जी का खालसा वाहिगुरु जी की फतेह। परम सन्मान योग सत्कार योग गुरु स्वरूप गुरु खालसा साध संगत जीओ, तिलक जंजू दे राखे साहिब नौवें पातशाह धन गुरु तेग बहादुर साहिब जी दे पवित्र पावन चरण छो प्राप्त इतिहासक स्थान ते जोगो जोगा टल सतगुरु श्री गुरु ग्रंथ साहिब जी दी पवित्र पावन हजूरी च हाजरियां भर के निता प्रति गुरु चरना च जुड़ के साहिबे कमाल कादरे हर कार गुरु गोबिंद सिंह बेकसारा यार गुरु गोबिंद सिंह तख्त बाला जेर गुरु गोबिंद सिंह गरीबनवाज पातशाह दे पावन पवित्र इतिहास दी लड़ीवार कथा आप जी बहुत ही अदब सत्कार शरदा सहित सरवण कर रहे। खालसे नूं रहणी बहणी महाराज जी दृढ़ करा रहे ने। बरूपियां ते भेखियां तो बचण वास्ते सुचेत कर रहे ने कि जेड़े केवल भेख मात्र सिੱਖੀ ਨੂੰ ਧਾਰਨ ਕਰਨ ਵਾਲੇ ਭੇਖੀ ਨੇ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਕਰਨ ਲਈ ਕੇਸਾਧਾਰੀ ਹੁੰਦੇ ਨੇ। ਗਰੀਬਨਵਾਜ ਪਾਤਸ਼ਾਹ ਜੀ ਨੇ ਖਾਲਸੇ ਨੂੰ ਕਿਹਾ ਕਿ ਉਹਨਾਂ ਤੋਂ ਤੁਸੀਂ ਸੁਚੇਤ ਰਹਿਣਾ, ਉਹ ਤੁਹਾਡਾ ਨੁਕਸਾਨ ਕਰ ਸਕਦੇ ਨੇ। ਮਹਾਰਾਜ ਜੀ ਨੇ ਜਿਹੜੇ ਬਚਨ ਕਹੇ ਸਨ, ਧਿਆਨ ਸਿੰਘ ਡੋਗਰੇ ਵਰਗੇ ਕੇਸਾਧਾਰੀ ਸਨ, ਹੀਰਾ ਸਿੰਘ, ਇਹਨਾਂ ਨੇ ਖਾਲਸੇ ਰਾਜ ਨੂੰ ਸਮਾਪਤ ਕਰਨ ਵਾਸਤੇ ਆਪਣਾ ਪੂਰਾ ਤਾਣ ਲਾਇਆ ਤੇ ਕਾਮਯਾਬ ਹੋਏ। ਇਹ ਕੇਵਲ ਭੇਖੀ ਸਨ, ਸਿੱਖ ਨਹੀਂ ਸਨ। ਮਹਾਰਾਜ ਜੀ ਸਿੱਖਾਂ ਨੂੰ ਪਹਿਚਾਣ ਕਰਨ ਵਾਸਤੇ ਜੁਗਤ ਦੱਸਦੇ ਨੇ ਵੀ ਇਹਨਾਂ ਦੀ ਪਹਿਚਾਣ ਵੀ ਤੁਸੀਂ ਕਰ ਸਕਦੇ ਹੋ। ਇਹ ਪਾਵਨ ਉਪਦੇਸ਼ ਖਾਲਸੇ ਨੂੰ ਮਹਾਰਾਜ ਜੀ ਦ੍ਰਿੜ ਕਰਾ ਰਹੇ ਨੇ। ਕਿਸੇ ਸਮੇਂ ਹਿੰਦੁਸਤਾਨ ਵਿੱਚ ਬ੍ਰਾਹਮਣ ਸਮਾਜ ਦਾ ਕਬਜ਼ਾ ਰਿਹਾ ਹੈ, ਮਨੁਵਾਦੀ ਯੁੱਗ ਰਿਹਾ ਹੈ, ਔਰ ਉਹ ਬ੍ਰਾਹਮਣਾਂ ਦੀ ਕੀ ਦਸ਼ਾ ਸੀ ਉਸ ਵੇਲੇ ਕਲਗੀਧਰ ਦੇ ਸਮੇਂ। ਉਹ ਬ੍ਰਾਹਮਣ ਕਿਵੇਂ ਜੇ ਕਿਰਦਾਰ ਦੇ ਹੋ ਚੁੱਕੇ ਸਨ, ਉਹਦੀ ਕਿਤੇ ਕਿਤੇ ਮਹਾਰਾਜ ਜੀ ਨੇ ਝਾਕੀ ਵਿਖਾਈ। आओ मन बिरतियां एकाग्र करके कलगीधर जी दे चरनां नाल सुरतियां जोड़िए। साहिबे कमाल सरबंस दानी सतगुरु जी दे पवित्र पावन स्वरूप नूं हिरदे च वसाउंदिआं महाराज जी का ध्यान हिरदे च धारण करदे आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा प्रथम समय श्री गुरु जी धर्म सुप्रीचा हित। पिछे बचन आ चुका है कि जदों सतगुरां ने आदि शक्ति प्रगट करनी सी, चंडी प्रगट करनी सी, उस वक्त गुरुदेव ने ब्राह्मणां दी परीक्षा कीती सी। ਉਹਦਾ ਇੱਥੇ ਜ਼ਿਕਰ ਦੁਬਾਰਾ ਆ ਰਿਹਾ ਹੈ ਕਿ ਮਹਾਰਾਜ ਜੀ ਨੇ ਇਹਨਾਂ ਦਾ ਧਰਮ ਪ੍ਰੀਖਿਆ ਕੀਤੀ ਸੀ ਵੀ ਇਹ ਬ੍ਰਾਹਮਣਾਂ ਦਾ ਧਰਮ ਕਿਹੋ ਜਿਹਾ ਹੋ ਗਿਆ।
ਜਿਹੜੇ ਆਪਣੇ ਆਪ ਨੂੰ ਧਰਮੀ ਸਦਾਉਂਦੇ ਨੇ ਬ੍ਰਾਹਮਣ, ਉਹਨਾਂ ਦਾ ਕਿਰਦਾਰ ਕਿੰਨਾ ਨਿੱਘਰ ਚੁੱਕਾ ਹੈ, ਉਹ ਪ੍ਰੀਖਿਆ ਮਹਾਰਾਜ ਜੀ ਨੇ ਕਰਕੇ ਸੰਸਾਰ ਨੂੰ, ਜਗਤ ਨੂੰ, ਖਾਲਸੇ ਨੂੰ ਵਿਖਾਇਆ ਸੀ। ਕਰਿਓ ਜਗ ਨਿਵਤਾ ਦਿਓ, ਭੋਜਨ ਕਰਿਓ ਸੰਕੇਤ। ਮਹਾਰਾਜ ਜੀ ਨੇ ਬ੍ਰਹਮ ਭੋਜ ਕੀਤਾ, ਯੱਗ ਕੀਤਾ ਤੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ ਵੀ ਜਿੰਨੇ ਬ੍ਰਾਹਮਣ ਨੇ ਸਾਰੇ ਆ ਜਾਣ, ਸਾਰੇ ਬ੍ਰਾਹਮਣਾਂ ਨੂੰ ਭੋਜਨ ਛਕਾਉਣਾ। ਪਿੱਛੇ ਕਥਾ ਆ ਚੁੱਕੀ, ਆਪ ਜੀ ਨੇ ਸੁਣੀ ਹੈ, ਉਹਦਾ ਦੁਬਾਰਾ ਜ਼ਿਕਰ ਹੋਣ ਲੱਗਾ। ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਬ੍ਰਾਹਮਣਾਂ ਨੂੰ ਸੱਦਿਆ ਸੀ, ਯੱਗ ਕੀਤਾ ਸੀ ਤੇ ਭੋਜਨ ਛਕਣ ਵਾਸਤੇ ਨਿਉਂਦਾ ਦਿੱਤਾ ਗਿਆ। ਸਾਰੇ ਬ੍ਰਾਹਮਣ ਆਏ, ਇਕੱਤਰ ਹੋਏ ਸ੍ਰੀ ਅਨੰਦਪੁਰ ਸਾਹਿਬ। ਪਾਕਿਓ ਹੁਤੋ ਸੁਨਾਏ ਕੈ, ਮਾਸ ਖਾਏ ਦਿਜ ਜੋਏ। ਇੱਥੇ ਸੁਣਾਇਆ ਗਿਆ ਕਿ ਜਿਹੜਾ ਬ੍ਰਾਹਮਣ ਮਾਸ ਖਾਵੇਗਾ, ਮਾਸ ਦੇ ਨਾਲ ਭੋਜਨ ਕਰੇਗਾ, ਸ਼ਰਪੀ ਇੱਕ ਦਛਨਾ ਤਿਸੈ, ਲੈ ਗਮਨੇ ਕਰ ਸੋਏ। ਇੱਕ ਸੋਨੇ ਦੀ ਅਸ਼ਰਫੀ ਦਾਨ ਵਜੋਂ ਦਿੱਤੀ ਜਾਏਗੀ। ਉਹ ਸੋਨੇ ਦੀ ਇੱਕ ਅਸ਼ਰਫੀ ਦਾ ਦਾਨ ਲੈ ਕੇ ਆਪਣੇ ਘਰ ਜਾਵੇਗਾ। ਖੀਰ ਖੰਡ ਕੋ ਭੋਗਤਾ, 1 ਰੁਪਈਆ ਪਾਏ। ਜਿਹੜਾ ਖੰਡ ਖੀਰ ਖਾਵੇਗਾ, ਵੈਸ਼ਨੂੰ ਰੋਟੀ ਖਾਵੇਗਾ, ਉਹਨੂੰ 1 ਰੁਪਈਆ ਦਕਸ਼ਣਾ ਵਜੋਂ ਦਿੱਤਾ ਜਾਏਗਾ, ਉਹਨੂੰ 1 ਰੁਪਈਆ ਪ੍ਰਾਪਤ ਹੋਵੇਗਾ। ਖਾਏ ਚੁਕੇ ਬਹੁ ਲੋਭ ਕਰ, ਮਾਸ ਆਹਾਰੀ ਆਏ। ਉਸ ਵੇਲੇ ਬਹੁਤ ਸਾਰੇ ਜਿਹੜੇ ਬ੍ਰਾਹਮਣ ਸਨ, ਜ਼ਿਆਦਾ ਗਿਣਤੀ ਬ੍ਰਾਹਮਣਾਂ ਦੀ ਆਪਣੇ ਧਰਮ ਤੋਂ ਡੋਲ ਗਏ। ਮਾਸ ਖਾਣ ਦੀ ਬਿਰਤੀ ਨੂੰ ਧਾਰਨ ਕਰਕੇ ਵੀ ਅਸ਼ਰਫੀ ਮਿਲਣੀ ਹੈ ਜਿਨ੍ਹਾਂ ਨੇ ਮਾਸ ਖਾਣਾ ਹੈ। ਉਸ ਲਾਲਚ ਵਸ ਹੋ ਕੇ ਬਹੁਤ ਸਾਰੇ ਬ੍ਰਾਹਮਣ ਆਪਣਾ ਧਰਮ ਹਾਰ ਗਏ। ਖੀਰ ਆਹਾਰੀ ਮੋਹਰ ਦੇ, ਮਾਸ ਰੁਪਈਆ ਦੀਨ। ਬਾਅਦ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਜਿਹੜਾ ਖੀਰ ਤੇ ਖੰਡ ਭੋਜਨ ਛਕੇਗਾ ਨਾ ਵੈਸ਼ਨੂੰ, ਉਹਨੂੰ ਅਸ਼ਰਫੀ ਮਿਲੇਗੀ, ਜਿਹੜਾ ਮਾਸ ਖਾਣ ਵਾਲਾ ਉਹਨੂੰ ਰੁਪਈਆ ਮਿਲੇਗਾ। ਇੱਕਦਮ ਸਾਰੇ ਚਕਰਤ ਹੋ ਗਏ ਵੀ ਅਸੀਂ ਤਾਂ ਆਪਣਾ ਧਰਮ ਵੀ ਗਵਾ ਬੈਠੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਜਿਹੜੇ ਬ੍ਰਾਹਮਣ ਇੱਕ ਸੋਨੇ ਦੀ ਅਸ਼ਰਫੀ ਪਿੱਛੇ ਆਪਣਾ ਧਰਮ ਗਵਾ ਸਕਦੇ ਨੇ, ਆਪਣੇ ਧਰਮ ਤੋਂ ਡੋਲ ਸਕਦੇ ਨੇ, ਉਹ ਤੇਗ ਪਕੜ ਕੇ ਔਰੰਗਜ਼ੇਬ ਬਾਦਸ਼ਾਹ ਦਾ ਮੁਕਾਬਲਾ ਕਿਵੇਂ ਕਰਨਗੇ। ਇਹ ਬ੍ਰਾਹਮਣਾਂ ਦੀ ਦਸ਼ਾ ਸੀ ਉਸ ਵੇਲੇ। ਇੰਨੇ ਲੋਭੀ ਤੇ ਆਪਣੇ ਕਿਰਦਾਰ ਤੋਂ ਡਿੱਗ ਚੁੱਕੇ ਸੀ। ਗਰੀਬ ਨਵਾਜ ਪਾਤਸ਼ਾਹ ਜੀ ਨੇ ਦੁਬਾਰਾ ਫਿਰ ਉਸ ਵਕਤ ਜਿਹੜੇ ਧਰਮ ਤੋਂ ਡੋਲੇ ਹੋਏ ਸਨ, ਮਾਸ ਖਾਣ ਦੀ ਕਗਾਰ ਦੇ ਵਿੱਚ ਕਤਾਰ 'ਚ ਬਹਿਣ ਵਾਲੇ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਆਖਿਆ ਤੁਹਾਨੂੰ ਰੁਪਈਆ ਹੀ ਮਿਲਣਾ ਹੈ, ਤੇ ਜਿਨ੍ਹਾਂ ਨੇ ਆਪਣੇ ਧਰਮ 'ਚ ਪਰਪੱਕ ਰਹਿਣਾ ਕੀਤਾ, ਬੀਜ ਨਾਸ ਨਹੀਂ ਨਾ ਹੁੰਦਾ, ਕੁਝ ਬ੍ਰਾਹਮਣ ਧਰਮੀ ਵੀ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਸੋਨੇ ਦੀ ਇੱਕ ਅਸ਼ਰਫੀ ਦਾ ਦਾਨ ਦਿੱਤਾ। ਬਾਕ ਕਹਿਓ ਸ਼੍ਰੀ ਗੁਰ ਤਬੇ, ਧਨ ਲੋਭੀ ਧਰਮਹੀਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਹ ਲਾਲਚ ਵਸ ਹੋ ਕੇ ਧਰਮ ਤੋਂ ਹੀਣੇ ਹੋ ਗਏ ਨੇ। ਹਾਲਾਂਕਿ ਬ੍ਰਾਹਮਣ ਦਾ ਧਰਮ ਨਹੀਂ ਉਹ ਮਾਸ ਖਾਵੇ। ਬ੍ਰਾਹਮਣ ਵਾਸਤੇ ਮਾਸ ਖਾਣਾ ਵਿਹਿਤ ਨਹੀਂ ਹੈ। ਬ੍ਰਾਹਮਣ ਲਈ ਵੇਦ ਵੀ ਜਿਹੜੇ ਨੇ, ਸ਼ਾਸਤਰ ਜਿਹੜੇ ਨੇ, ਧਰਮ ਗ੍ਰੰਥ ਨੇ ਹਿੰਦੁਸਤਾਨ ਦੇ ਹਿੰਦੂ ਵੀਰਾਂ ਦੇ, ਉਹ ਬ੍ਰਾਹਮਣ ਨੂੰ ਮਾਸ ਖਾਣ ਦੀ ਇਜਾਜ਼ਤ ਨਹੀਂ ਦਿੰਦੇ। ਤੇ ਮਹਾਰਾਜ ਜੀ ਕਹਿੰਦੇ ਕਿ ਸ਼ਰਫੀ ਸੋਨੇ ਦੀ ਉਹਦਾ ਲਾਲਚ ਰੱਖ ਕੇ ਜਿਹੜੇ ਲੋਭ ਵਸ ਹੋ ਕੇ ਆਪਣੇ ਧਰਮ ਤੋਂ ਹੀਣੇ ਹੋ ਗਏ ਹਨ। ਇਹ ਸਾਧੂ ਜਿਨ ਲੋਭ ਨੇ, ਧਰਮ ਕਮਾਇਓ ਸਤ। ਇਹ ਤਾਂ ਭ੍ਰਸ਼ਟੇ ਹੋਏ ਬ੍ਰਾਹਮਣ ਨੇ, ਬ੍ਰਾਹਮਣ ਜਾਤੀ ਦੇ ਉੱਤੇ ਕਲੰਕ ਨੇ ਬ੍ਰਾਹਮਣ ਹੋਣ ਦੇ ਨਾਂ ਤੇ। ਜਿਹੜੇ ਕਸ਼ਰਫੀ ਪਿੱਛੇ ਆਪਣਾ ਧਰਮ ਛੱਡ ਸਕਦੇ ਨੇ, ਇਹ ਤਾਂ ਕੁਝ ਵੀ ਕਰ ਸਕਦੇ ਨੇ। ਕੱਲ ਨੂੰ ਲਾਲਚ ਬਸ ਹੋ ਕੇ ਹੋਰ ਜ਼ਿਆਦਾ ਡਿੱਗ ਸਕਦੇ ਨੇ, ਨਿੱਗਰ ਸਕਦੇ ਨੇ। ਪਰ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਧਨ ਨੇ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਛੱਡਿਆ, ਉਹ ਖੀਰ ਖੰਡ ਖਾਣ ਵਾਲੀ ਲੈਣ ਵਿੱਚ ਹੀ ਬੈਠੇ ਰਹੇ। ਅਸ਼ਰਫੀ ਦੇ ਲਾਲਚ ਬਸ ਹੋ ਕੇ ਉਹਨਾਂ ਆਪਣਾ ਧਰਮ ਨਹੀਂ ਛੱਡਿਆ। ਮਹਾਰਾਜ ਜੀ ਕਹਿੰਦੇ ਬ੍ਰਾਹਮਣ ਧਨ ਨੇ, ਸਾਧੂ ਬਿਰਤੀ ਵਾਲੇ ਨੇ, ਜਿਨ੍ਹਾਂ ਨੇ ਆਪਣਾ ਧਰਮ ਕਮਾਇਆ ਸ਼ਾਂਤ ਬਿਰਤੀ ਧਾਰਨ ਕਰਕੇ। ਮਾਸ ਖਾਏ ਵਿਪਰ ਕਹਾ, ਸੋ ਚੰਡਾਲ ਕਾ ਮਿੱਤ। ਜਿਹੜਾ ਬ੍ਰਾਹਮਣ ਮਾਸ ਖਾਂਦਾ ਹੈ ਉਹ ਕਾਹਦਾ ਬ੍ਰਾਹਮਣ?
ਮਹਾਰਾਜ ਜੀ ਕਹਿੰਦੇ ਉਹ ਬ੍ਰਾਹਮਣ ਨਹੀਂ, ਉਹ ਚੰਡਾਲ ਦਾ ਮਿੱਤਰ ਹੈ। ਚੰਡਾਲ ਹੈ ਉਹ ਬੰਦਾ ਜਿਹੜਾ ਬ੍ਰਾਹਮਣ ਹੋ ਕੇ ਮਾਸ ਖਾਵੇ। ਇਹੀ ਕਿਹਾ ਧਰਮ ਗ੍ਰੰਥਾਂ ਵਿੱਚ, ਹਿੰਦੂ ਵੀਰਾਂ ਦੇ ਜਿਹੜੇ ਸ਼ਾਸਤਰ ਨੇ ਉਹਨਾਂ ਵਿੱਚ ਜਿਹੜੀ ਬ੍ਰਾਹਮਣ ਦੀ ਮਰਿਆਦਾ ਦੱਸੀ ਹੈ ਉਹ ਇਹੀ ਕਹੀ ਹੈ ਵੀ ਜਿਹੜਾ ਬ੍ਰਾਹਮਣ ਮਾਸ ਖਾਵੇ ਉਹ ਚੰਡਾਲ ਦਾ ਮਿੱਤਰ ਹੈ, ਉਹ ਬ੍ਰਾਹਮਣ ਨਹੀਂ ਹੋ ਸਕਦਾ, ਉਹ ਚੰਡਾਲ ਹੈ। ਸੁਣਨ ਵਿੱਚ ਆਉਂਦਾ ਹੈ, ਦੱਸਦੇ ਹਨ ਕਈ, ਕਿ ਅੱਜ ਵੀ ਦੇਸ਼ ਦੇ ਵਿੱਚ ਬਹੁਤ ਸਾਰੇ ਬ੍ਰਾਹਮਣਾਂ ਦੀਆਂ ਹੀ ਉਹ ਦੁਕਾਨਾਂ ਨੇ, ਵੱਡੇ ਵੱਡੇ ਬੁੱਚੜਖਾਨੇ ਨੇ, ਜਿੱਥੇ ਗਊਆਂ ਨੂੰ ਕੱਟ ਕੇ ਉਹਨਾਂ ਦਾ ਮਾਸ ਬਾਹਰਲੇ ਦੇਸ਼ਾਂ ਨੂੰ ਭੇਜਦੇ ਆ, ਔਰ ਉਹਨਾਂ ਦੇ ਮਾਲਕ ਬ੍ਰਾਹਮਣ ਨੇ। ਹੈਰਾਨੀ ਹੁੰਦੀ ਹੈ ਵੀ ਜਿਹੜਾ ਬ੍ਰਾਹਮਣ ਕਦੇ ਕਿਸੇ ਸਮੇਂ ਹਿੰਦੁਸਤਾਨ ਦੇ ਲੋਕਾਂ ਵਾਸਤੇ ਗੁਰੂ ਬਣ ਕੇ ਉਹਨਾਂ ਦੀ ਪੂਜਾ ਦੇ ਵਾਸਤੇ ਉਹਨਾਂ ਦੇ ਸਨਮੁਖ ਹੁੰਦਾ ਸੀ, ਉਹ ਬ੍ਰਾਹਮਣਾਂ ਦੇ ਕਿਰਦਾਰ ਕਿੰਨੇ ਡਿੱਗ ਚੁੱਕੇ ਨੇ। ਇਸ ਕਰਕੇ ਗੁਰਦੇਵ ਨੇ ਸਪਸ਼ਟ ਕਹਿ ਦਿੱਤਾ ਵੀ ਉਹ ਬ੍ਰਾਹਮਣ ਨਹੀਂ ਜਿਹੜਾ ਬ੍ਰਾਹਮਣਾਂ ਦੇ ਘਰੇ ਜੰਮੇ। ਜੇ ਕੰਮ ਚੰਡਾਲਾਂ ਵਾਲੇ ਕਰ ਰਿਹਾ ਤੇ ਫਿਰ ਕਾਹਦਾ ਬ੍ਰਾਹਮਣ ਹੋ? ਬ੍ਰਾਹਮਣ ਉਹ ਹੈ, ਬ੍ਰਾਹਮਣ ਸੋ ਜੋ ਬਿੰਦਾ ਬ੍ਰਹਮ। ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਉਹ ਭਾਵੇਂ ਸ਼ੂਦਰ ਦੇ ਘਰ ਜੰਮਿਆ ਹੋਵੇ ਤਾਂ ਵੀ ਬ੍ਰਾਹਮਣ ਹੈ। ਤੋ ਗੁਰਦੇਵ ਕਹਿਣ ਲੱਗੇ ਵੀ ਇਹ ਕਾਹਦੇ ਬ੍ਰਾਹਮਣ ਨੇ? ਤਾਂ ਚੰਡਾਲ ਨੇ, ਜਿਹੜੇ ਬ੍ਰਾਹਮਣ ਹੋ ਕੇ ਆਪਣੇ ਧਰਮ ਤੋਂ ਭ੍ਰਸ਼ਟ ਹੋ ਕੇ ਮਾਸ ਖਾਣ ਲੱਗ ਪਏ। ਪੀਛੇ ਸਤਿਗੁਰ ਇਮ ਕਹਿਓ, ਸੁਨੋ ਸਿੱਖ ਚਿਤ ਲਾਏ। ਬਚਨ ਪਹਿਲਾਂ ਹੋ ਚੁੱਕਾ ਸੀ, ਇਸ ਕਰਕੇ ਕਲਗੀਧਰ ਜੀ ਜਿਵੇਂ ਕੋਈ ਪੁਰਾਣੀ ਗੱਲ ਹੁੰਦੀ ਨਾ ਉਹਦਾ ਵੇਰਵਾ ਦੇ ਕੇ ਮਹਾਰਾਜ ਜੀ ਕਹਿੰਦੇ ਸਿੱਖੋ ਸੁਣੋ, ਇਹ ਅਸੀਂ ਪਹਿਲਾਂ ਪ੍ਰਗਟ ਕਰਕੇ ਵਿਖਾਇਆ ਸੀ, ਹੁਣ ਤੁਹਾਨੂੰ ਅਸੀਂ ਸਿੱਖਿਆ ਦੇ ਕੇ ਸਮਝਾਉਂਦੇ ਹਾਂ। ਸਿੱਖ ਹੋਏ ਆਮਿਕ ਪਖੈ, ਵਿਪਰ ਨਹੀਂ ਸੋ ਖਾਏ। ਮਹਾਰਾਜ ਜੀ ਕਹਿੰਦੇ ਜਿਹੜਾ ਤਾਂ ਛਤਰੀ ਹੈ, ਛਤਰੀ ਲਈ ਵੇਹ ਤਾਂ ਸ਼ਿਕਾਰ ਖੇਡਣਾ, ਜਿਹੜਾ ਛਤਰੀ ਆ ਉਹ ਸ਼ਿਕਾਰ ਖੇਡ ਸਕਦਾ, ਪਰ ਬ੍ਰਾਹਮਣ ਲਈ ਵਿਹਤ ਨਹੀਂ ਕਿ ਉਹ ਸ਼ਿਕਾਰ ਖੇਡੇ। ਜਿਹੜਾ ਬ੍ਰਾਹਮਣ ਹੈ ਉਹ ਕਦੇ ਮਾਸ ਨਹੀਂ ਖਾ ਸਕਦਾ, ਉਹਨੂੰ ਇਜਾਜ਼ਤ ਨਹੀਂ ਹੈ, ਉਹਦੇ ਧਰਮ ਗ੍ਰੰਥ ਵੇਦ ਆਦਿਕ ਉਹਨੂੰ ਆਗਿਆ ਨਹੀਂ ਦਿੰਦੇ। ਬਚਨ ਸੁਨਿਓ ਸਭ ਸੰਗਤੀ, ਕਰੀ ਬੇਨਤੀ ਇਹ। ਜਦੋਂ ਮਹਾਰਾਜ ਜੀ ਨੇ ਬਚਨ ਸਿੰਘਾਂ ਨੂੰ ਸੁਣਾਏ, ਸੰਗਤ ਨੂੰ ਸੁਣਾਏ, ਸੰਗਤ ਨੇ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਜੋ ਦਿਜ ਹੋਏ ਸਿੱਖ ਪਾਉਲੀ, ਤਾਂ ਕੀ ਕਰਨੀ ਕੇ। ਕਹਿਣ ਲੱਗੇ ਮਹਾਰਾਜ ਅਗਰ ਕੋਈ ਬ੍ਰਾਹਮਣ ਖੰਡੇ ਦੀ ਪੌਲ ਛਕ ਕੇ ਸਿੰਘ ਸਾਜੇ, ਉਹਦੇ ਲਈ ਕੀ ਮਰਿਆਦਾ ਵੀ ਉਹ ਸ਼ਿਕਾਰ ਖੇਡੇ ਕਿ ਨਾ ਖੇਡੇ? ਵੀ ਜਿਹੜਾ ਤਾਂ ਉਦਾਂ ਬ੍ਰਾਹਮਣ ਹੈ ਉਹਨੂੰ ਤਾਂ ਸ਼ਾਸਤਰ ਕਹਿੰਦੇ ਆ ਵੀ ਉਹ ਸ਼ਿਕਾਰ ਨਹੀਂ ਖੇਡ ਸਕਦਾ, ਉਹ ਮਾਸ ਦਾ ਸੇਵਨ ਨਹੀਂ ਕਰ ਸਕਦਾ। ਤੇ ਮਹਾਰਾਜ ਪਰ ਜੇ ਕੋਈ ਬ੍ਰਾਹਮਣ ਸਿੰਘ ਸੱਜ ਜਾਏ, ਖੰਡੇ ਦੀ ਪੌਲ ਛਕ ਲਏ, ਸਿੰਘ ਸਾਜੇ, ਕਿ ਉਹ ਸ਼ਿਕਾਰ ਖੇਡ ਸਕਦਾ ਜਾਂ ਨਹੀਂ? ਬਾਕ ਪਇਓ ਤਬ ਗੁਰੂ ਕਾ, ਆਲਮ ਸਿੰਘ ਸਪੂਤ। ਮਹਾਰਾਜ ਜੀ ਦੇ ਕੋਲ ਸਵਾਲ ਕਰਨ ਵਾਲਾ ਜਿਹੜਾ ਸਿੰਘ ਸੀ ਉਹਦਾ ਨਾਂ ਸੀ ਭਾਈ ਆਲਮ ਸਿੰਘ। ਮਹਾਰਾਜ ਜੀ ਕਹਿੰਦੇ ਹੇ ਸਪੁੱਤਰ ਆਲਮ ਸਿੰਘ ਸੁਣ, ਤੁਹਾਨੂੰ ਅਸੀਂ ਦੱਸਦੇ ਹਾਂ ਵੀ ਇਹਦੀ ਕੀ ਮਰਿਆਦਾ ਹੈ। ਅਗਰ ਕੋਈ ਬ੍ਰਾਹਮਣ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਂਦਾ ਹੈ, ਉਹਦੇ ਲਈ ਕੀ ਧਰਮ ਹੈ? ਛਤਰੀ ਧਰਮ ਸੋ ਪਾਏ ਕੇ, ਦਿਜ ਤੇ ਪਾਪ ਰਹੂਤ। ਮਹਾਰਾਜ ਜੀ ਕਹਿੰਦੇ ਅਗਰ ਕੋਈ ਬ੍ਰਾਹਮਣ ਖੰਡੇ ਦੀ ਪੌਲ ਛਕ ਕੇ ਸਿੰਘ ਸੱਜ ਜਾਂਦਾ ਹੈ, ਉਹ ਬ੍ਰਾਹਮਣ ਨਹੀਂ ਰਹਿ ਜਾਂਦਾ, ਉਹ ਛਤਰੀ ਹੋ ਜਾਂਦਾ ਹੈ, ਸ਼ਸਤਰਧਾਰੀ। ਛਤਰੀ ਕਿਸ ਨੂੰ ਕਹਿੰਦੇ? ਜਿਹੜਾ ਸ਼ਸਤਰ ਧਾਰਨ ਕਰਨ ਵਾਲਾ ਹੋਵੇ। ਛਤਰੀ ਗੁਰਦੇਵ ਦੀ ਦ੍ਰਿਸ਼ਟੀ 'ਚ ਕੋਈ ਵਰਣ ਨਹੀਂ ਹੈ, ਜਿਵੇਂ 4 ਵਰਣ ਨੇ ਨਾ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼। ਛਤਰੀ ਦਾ ਮਤਲਬ ਹੁੰਦਾ ਕੁਸ਼ੇਤਰ ਦੀ, ਆਪਣੇ ਕੁਸ਼ੇਤਰ ਦੀ ਜਗ੍ਹਾ ਦੀ, ਜਿਵੇਂ ਕਹਿੰਦੇ ਨਾ ਕੁਸ਼ੇਤਰ, ਉਹਦੀ ਰਾਖੀ ਕਰਨ ਵਾਲਾ ਜਿਹੜਾ ਹੁੰਦਾ ਉਹਨੂੰ ਛਤਰੀ ਕਹਿੰਦੇ ਆ। ਆਪਣੇ ਸ਼ਸਤਰਾਂ ਦੇ ਬਲ ਨਾਲ ਆਪਣੇ ਇਲਾਕੇ ਦੀ ਰਾਖੀ ਕਰੇ, ਆਪਣੇ ਦੇਸ਼ ਦੀ ਰਾਖੀ ਕਰੇ, ਔਰ ਉਹਦੀ ਰਾਖੀ ਕਰਨ ਵਾਸਤੇ ਜਾਂ ਮਰ ਜਾਏ ਜਾਂ ਮਾਰ ਦੇਵੇ, ਉਹਨੂੰ ਛਤਰੀ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਅਗਰ ਕੋਈ ਬ੍ਰਾਹਮਣ ਖੰਡੇ ਦੀ ਪੌਲ ਛਕ ਕੇ ਸਿੰਘ ਸੱਜ ਜਾਂਦਾ ਫਿਰ ਉਹ ਬ੍ਰਾਹਮਣ ਨਹੀਂ ਰਹਿ ਜਾਂਦਾ, ਉਹਦੇ ਲਈ ਬ੍ਰਾਹਮਣਾਂ ਦੇ ਕਰਮਕਾਂਡ ਨਹੀਂ ਰਹਿ ਜਾਂਦੇ, ਉਹਦੇ ਵਾਸਤੇ ਫਿਰ ਛਤਰੀ ਧਰਮ ਦੀ ਜਿਹੜੀ ਮਰਿਆਦਾ ਹੈ ਉਹ ਵਿਹਤ ਹੋ ਜਾਂਦੀ, ਫਿਰ ਉਹ ਛਤਰੀ ਬਣ ਕੇ ਸ਼ਿਕਾਰ ਖੇਡ ਸਕਦਾ ਹੈ। ਤਾਂ ਕੀ ਦਿਜਤਾ ਛਤਰ ਕੀ, ਕਰੇ ਖੜਗ ਕੀ ਸੇਵ। ਜਿਹੜਾ ਤਲਵਾਰ ਦੀ ਸੇਵਾ ਕਰਦਾ, ਯਾਨੀ ਕਿ ਗਾਤਰੇ ਖੜਗ ਧਾਰਨ ਕਰ ਲੈਂਦਾ, ਤਲਵਾਰ ਧਾਰਨ ਕਰ ਲੈਂਦਾ, ਭਗਉਤੀ ਧਾਰਨ ਕਰ ਲੈਂਦਾ,
ਉਹ ਭਾਵੇਂ ਜਨਮ ਉਹਦਾ ਬ੍ਰਾਹਮਣਾਂ ਦੇ ਘਰ ਹੋਇਆ ਹੋਵੇ ਤਾਂ ਵੀ ਉਹ ਛਤਰੀ ਸਦਾਵੇਗਾ, ਤਾਂ ਵੀ ਉਸ ਨੂੰ ਛਤਰੀ ਕਹਾਂਗੇ ਜਿਹਨੇ ਸ਼ਸਤਰ ਧਾਰਨ ਕਰ ਲਏ। ਨਿਵਤਾ ਦਾਨ ਨਾ ਪੂਜ ਲੈ, ਜੋ ਦੇਸ ਦੁਖ ਤੇਵ। ਉਹ ਜੇ ਸਿੰਘ ਸੱਜ ਗਿਆ ਤੇ ਕਹੇ ਮੁੜ ਕੇ ਵੀ ਜਿਵੇਂ ਮੈਂ ਪਹਿਲਾਂ ਬ੍ਰਾਹਮਣ ਬਣ ਕੇ ਦਾਨ ਲੈਂਦਾ ਸੀ ਲੋਕਾਂ ਕੋਲੋਂ, ਤੇ ਹੁਣ ਮੈਂ ਫਿਰ ਸਿੰਘ ਬਣ ਗਿਆ, ਤੇ ਹੁਣ ਵੀ ਭਾਵੇਂ ਮੈਂ ਸਿੰਘ ਸੱਜ ਗਿਆ ਪਰ ਜੰਮਿਆ ਤਾਂ ਬ੍ਰਾਹਮਣਾਂ ਦੇ ਘਰਾਂ ਤੇ ਮੈਂ ਦਾਨ ਲੈ ਲਵਾਂ। ਮਹਾਰਾਜ ਜੀ ਕਹਿੰਦੇ ਫਿਰ ਉਹਦੇ ਵਾਸਤੇ ਬਿਰਤੀ ਨਹੀਂ ਵੀ ਉਹ ਜਾ ਕੇ ਲੋਕਾਂ ਦੇ ਕੋਲ ਦਾਨ ਮੰਗਦਾ ਫਿਰੇ। ਫਿਰ ਉਹ ਦਾਨ, ਤੇ ਜੇ ਉਹ ਦਾਨ ਲੈਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਦੁਖੀ ਹੁੰਦਾ ਹੈ, ਫਿਰ ਉਹਨੂੰ ਦੁੱਖ ਭੋਗਣਾ ਪੈਂਦਾ ਹੈ। ਜਾਈ ਤੇ ਹਮ ਉਤਰਿਓ ਜਗ ਪਵੀਤ ਕੀ ਆਨ। ਉਹਨੂੰ ਜਿਹੜਾ ਦਾਨ ਦੇਵੇਗਾ ਉਹ ਵੀ ਦੁਖੀ ਹੋਵੇਗਾ। ਨਾਲੇ ਸਿੰਘ ਸੱਜ ਗਿਆ, ਬ੍ਰਾਹਮਣ ਤੋਂ ਸਿੱਖ ਬਣ ਗਿਆ, ਸਿੰਘ ਸੱਜ ਗਿਆ, ਤੇ ਪਰ ਬ੍ਰਾਹਮਣਾਂ ਵਾਲੇ ਕੰਮ ਫਿਰ ਨਾ ਛੱਡੇ, ਫਿਰ ਜਾ ਕੇ ਲੋਕਾਂ ਦੀਆਂ ਕੁੰਡਲੀਆਂ ਬਣਾਉਂਦਾ ਫਿਰੇ ਤੇ ਦਾਨ ਲਵੇ। ਕਹਿੰਦੇ ਉਹਨੂੰ ਜਿਹੜਾ ਦਾਨ ਦੇਵੇਗਾ ਉਹ ਵੀ ਦੁਖੀ ਹੋਵੇਗਾ, ਔਰ ਜਿਹੜਾ ਬ੍ਰਾਹਮਣ ਸਿੰਘ ਸੱਜ ਕੇ ਫਿਰ ਵੀ ਜਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਦਾਨ ਲੈਂਦਾ ਹੈ ਉਹ ਵੀ ਦੁਖੀ ਹੋਵੇਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੀ ਹੈ ਯੱਗਿਓਪਵੀਤ ਪਾਣੇ, ਯੱਗਿਓਪਵੀਤ ਦਾ ਮਤਲਬ ਹੁੰਦਾ ਜੰਜੂ ਪਾਣੇ, ਜਨੇਊ ਪਾਣੇ, ਇਹ ਸਾਰੀ ਮਰਿਆਦਾ ਅਸੀਂ ਬਦਲ ਦਿੱਤੀ ਹੈ, ਤਿਆਗ ਦਿੱਤੀ ਹੈ, ਇਹਦੀ ਆਣ ਅਸੀਂ ਛੱਡ ਦਿੱਤੀ ਹੈ। ਮਦਰਾ ਆਮਿਕ ਛੋਰਨਾ ਇਹੀ ਵਿਪਰ ਕੀ ਮਾਨ। ਬ੍ਰਾਹਮਣ ਦਾ ਧਰਮ ਇਹ ਹੈ ਕਿ ਉਹ ਨਾ ਮਾਸ ਦਾ ਸੇਵਨ ਕਰ ਸਕਦਾ ਨਾ ਸ਼ਰਾਬ ਦਾ ਸੇਵਨ ਕਰ ਸਕਦਾ, ਪਰ ਜਿਹੜਾ ਬ੍ਰਾਹਮਣ ਮਾਸ ਦਾ ਵੀ ਸੇਵਨ ਕਰੇ, ਸ਼ਰਾਬ ਦਾ ਵੀ ਸੇਵਨ ਕਰੇ, ਫਿਰ ਉਹ ਬ੍ਰਾਹਮਣ ਨਹੀਂ, ਚੰਡਾਲ ਸਦਾਉਂਦਾ, ਉਹ ਚੰਡਾਲ ਹੈ। ਭਾਵੇਂ ਬ੍ਰਾਹਮਣਾਂ ਦੇ ਘਰੇ ਜੰਮਿਆ, ਜਦੋਂ ਕੰਮ ਚੰਡਾਲਾਂ ਵਾਲੇ ਕਰ ਰਿਹਾ, ਸ਼ਰਾਬ ਪੀਣੀ, ਮਾਸ ਖਾਣਾ, ਭੈੜੇ ਜੀਵਨ ਦੇ ਵਿੱਚ ਨਿਗਰਿਆ ਹੋਇਆ, ਫਿਰ ਉਹ ਕਾਹਦਾ ਬ੍ਰਾਹਮਣ ਹੋਇਆ? ਕਰਮ ਤੋਂ ਜਾਤੀ ਹੁੰਦੀ ਹੈ, ਜਨਮ ਤੋਂ ਜਾਤੀ ਨਹੀਂ ਹੁੰਦੀ। ਜਾਤੀ ਕਰਮ ਤੋਂ ਬਣਦੀ ਹੈ, ਜਿਹੋ ਜਿਹਾ ਕੋਈ ਕਰਮ ਕਰਦਾ ਉਹਦੀ ਜਾਤੀ ਉਦਾਂ ਦੀ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਸ ਬ੍ਰਾਹਮਣ ਨੂੰ ਚੰਡਾਲ ਹੀ ਕਿਹਾ ਜਾਏਗਾ ਜਿਹੜਾ ਬ੍ਰਾਹਮਣ ਮਾਸ ਔਰ ਸ਼ਰਾਬ ਦਾ ਸੇਵਨ ਕਰਦਾ ਹੈ। ਬ੍ਰਾਹਮਣ ਹੋਏ ਕੈ ਬਿਦ ਕਰੈ, ਹਿੰਸਾ ਮਾਸ ਨਾ ਖਾਏ। ਜਿਹੜਾ ਬ੍ਰਾਹਮਣ ਹੈ ਜੇ ਉਹ ਹਿੰਸਾ ਕਰਦਾ, ਮਾਸ ਦੇ ਵਾਸਤੇ ਮਾਸ ਖਾਣ ਲਈ ਸ਼ਿਕਾਰ ਕਰਦਾ, ਤਾਂ ਉਸ ਬ੍ਰਾਹਮਣ ਲਈ ਯੋਗ ਨਹੀਂ ਹੈ। ਖਾਵੇ ਜੋ ਲੁੱਚਾ ਸੋ ਦਿਜ ਸਮ ਚੰਡਾਲ ਕਾਏ। ਜਿਹੜਾ ਬ੍ਰਾਹਮਣ ਜਿਹੜਾ ਸ਼ਿਕਾਰ ਕਰਕੇ ਮਾਸ ਖਾਣ ਵਾਸਤੇ ਸ਼ਿਕਾਰ ਕਰੇ, ਜੀਵ ਹਿੰਸਾ ਕਰੇ, ਕਹਿੰਦੇ ਉਹ ਬ੍ਰਾਹਮਣ ਮਹਾ ਕਪਟੀ, ਨੀਵੇਂ ਕਰਦਾਰ ਵਾਲਾ, ਚੰਡਾਲ ਕਹਾਉਂਦਾ ਹੈ। ਲੋਭਹੀਨ ਸਮਤਾ ਤਰੇ, ਕਰੇ ਗਿਆਨ ਕੋ ਅੰਗ। ਮਹਾਰਾਜ ਜੀ ਕਹਿੰਦੇ ਬ੍ਰਾਹਮਣ ਦਾ ਧਰਮ ਤਾਂ ਇਹ ਸੀ ਕਿ ਉਹ ਆਪਣੇ ਹਿਰਦੇ ਚੋਂ ਲਾਲਚ ਨੂੰ ਛੱਡ ਕੇ ਸਾਰਿਆਂ ਨੂੰ ਇੱਕ ਸਮਾਨ ਬਿਰਤੀ ਨਾਲ ਵੇਖੇ, ਸਮਾਨ ਦ੍ਰਿਸ਼ਟੀ ਨਾਲ ਵੇਖੇ, ਔਰ ਆਪਣੇ ਹਿਰਦੇ ਵਿੱਚ ਗਿਆਨ ਨੂੰ ਅੰਗੀਕਾਰ ਕਰੇ। ਦੇਵਰ ਕੀ ਸੋ ਹੋਤ ਹੈ, ਮੇਰੇ ਬਾਕ ਅਪੰਗ। ਅਗਰ ਕੋਈ ਇਹੋ ਜਿਹਾ ਬ੍ਰਾਹਮਣ ਆ ਉਹਨੂੰ ਤਾਂ ਫਿਰ ਦੇਵ ਰਿਸ਼ੀ ਕਹਿੰਦੇ ਹਨ, ਉਹ ਫਿਰ ਦੇਵ ਰਿਸ਼ੀ ਹੁੰਦਾ। ਮਹਾਰਾਜ ਜੀ ਕਹਿੰਦੇ ਉਹਦੇ ਲਈ ਸਾਡੇ ਅਭੰਗ ਵਚਨ ਹਨ। ਜੋ ਗ੍ਰੇਹੀ ਜੰਗਲ ਬਸੇ, ਵੇਦ ਪੜੇ ਚਿਤ ਲਾਏ। ਜਿਹੜਾ ਗ੍ਰਸਤੀ ਹੋ ਕੇ ਜੰਗਲ ਦੇ ਵਿੱਚ ਵਸਦਾ, ਯਾਨੀ ਕਿ ਘਰ ਨੂੰ ਹੀ ਬਨ ਸਮਾਨ ਰਹਿ ਕੇ ਵਸਦਾ ਤੇ ਵੇਦ ਆਦਿਕ ਪੜਦਾ, ਇਹੋ ਜਿਹਾ ਜਿਹੜਾ ਕੋਈ ਬ੍ਰਾਹਮਣ ਹੈ। ਊਚ ਸਿਲਾ ਕਰ ਜੀਵ ਹੈ, ਸੋ ਦਿਜ ਮੁਨੀ ਕਹਾਏ। ਇਹੋ ਜਿਹਾ ਜਿਹੜਾ ਮੁਨੀ ਹੈ ਕਹਿੰਦੇ ਉਹਨੂੰ, ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਉਹਨੂੰ ਮੁਨੀ ਕਿਹਾ ਜਾਂਦਾ ਹੈ, ਉਹ ਮੁਨੀਸ਼ਵਰ ਸਦਾਉਂਦਾ ਹੈ। ਨਗਰ ਬਾਸ ਗ੍ਰਹਿ ਧਰਮ ਜੁਤ, ਨਗਰ ਬਾਸ ਗ੍ਰਹਿ ਧਰਮ ਜੁਤ, ਨਿੰਦ ਈਰਖਾ ਛੋਰ। ਕਹਿੰਦੇ ਜਿਹੜਾ ਬ੍ਰਾਹਮਣ ਗ੍ਰਸਤੀ ਦੇ ਨਾਲ ਨਾਲ ਕਿਸੇ ਨਗਰ ਵਿੱਚ ਵਸਦਾ, ਆਪਣੇ ਧਰਮ ਦੇ ਸਹਿਤ ਰਹਿੰਦਾ, ਬਗਾਨੀ ਈਰਖਾ ਤੇ ਨਿੰਦਾ ਨੂੰ ਆਪਣੇ ਹਿਰਦੇ ਚੋਂ ਤਿਆਗ ਦਿੰਦਾ ਹੈ। ਸੋ ਬ੍ਰਾਹਮਣ ਬਿਪਰ ਬਰ, ਐਸੇ ਜਾਨੋ ਮੋਰ। ਮਹਾਰਾਜ ਜੀ ਕਹਿੰਦੇ ਉਹ ਸ੍ਰੇਸ਼ਟ ਬ੍ਰਾਹਮਣ ਹੈ। ਬ੍ਰਾਹਮਣ ਦਾ ਧਰਮ ਇਹ ਹੈ। ਗੁਰਦੇਵ ਜੀ ਬ੍ਰਾਹਮਣ ਕੌਣ ਹੈ ਉਹਦਾ ਧਰਮ ਦੱਸ ਰਹੇ ਨੇ ਵੀ ਉਹਨੂੰ ਬ੍ਰਾਹਮਣ ਕਹਿੰਦੇ। ਇਹ ਬ੍ਰਾਹਮਣ ਨਹੀਂ ਜਿਹੜੇ ਲੋਕਾਂ ਨੂੰ ਠੱਗਣ ਵਾਸਤੇ ਬੈਠੇ ਨੇ, ਇਹਨਾਂ ਨੂੰ ਤਾਂ ਮਹਾਰਾਜ ਜੀ ਨੇ ਬਨਾਰਸ ਦੇ ਠੱਗਾਂ ਨਾਲ ਤਸਬੀਹ ਦਿੱਤੀ ਹੈ
ਕਿ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬਾਗੋ ਹਾਰ ਕੇ ਸੰਤ ਨਾ ਆਖੀਆ ਬਾਨਾਰਸ ਕੇ ਠੱਗ। ਇਹ ਤਾਂ ਉਹ ਹਨ। ਇਸ ਕਰਕੇ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਤਾਂ ਉਹ ਹੈ ਜਿਹੜਾ ਧਰਮ ਦੀ ਪਾਲਣਾ ਕਰਦਾ ਹੈ, ਕਿਸੇ ਦੀ ਨਿੰਦਾ ਨਹੀਂ ਕਰਦਾ, ਕਿਸੇ ਨਾਲ ਈਰਖਾ ਨਹੀਂ ਰੱਖਦਾ, ਸਮਾਨ ਦ੍ਰਿਸ਼ਟੀ ਰੱਖਦਾ ਹੈ, ਹਿਰਦੇ 'ਚ ਗਿਆਨ ਦੀ ਬਿਰਤੀ ਰੱਖਦਾ ਹੈ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਬ੍ਰਾਹਮਣ ਜਿਹੜਾ ਉਹੀ ਅਸਲ ਵਿੱਚ ਬ੍ਰਾਹਮਣ ਹੈ। ਸ਼ਸਤਰਨ ਤੇ ਛਤਰੀ ਪਇਓ ਹੱਟੀ ਤੇ ਹੋਏ ਬੈਸ। ਹੁਣ ਮਹਾਰਾਜ ਜੀ ਕਰਮ ਤੋਂ ਜਾਤੀ ਦੱਸਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਤਾਂ ਚਲੋ ਤੁਹਾਨੂੰ ਦੱਸ ਦਿੱਤਾ ਵੀ ਬ੍ਰਾਹਮਣ ਦੀ ਇਹ ਪਰਿਭਾਸ਼ਾ ਹੈ, ਵੀ ਬ੍ਰਾਹਮਣ ਦਾ ਇਹ ਜੀਵਨ ਸ਼ਾਸਤਰਾਂ 'ਚ ਦੱਸਿਆ। ਪਰ ਅਸਲ ਵਿੱਚ ਜਿਹੜੀ ਜਾਤੀ ਆ ਉਹ ਕਰਮ ਤੋਂ ਬਣਦੀ ਹੈ। ਅਗਰ ਜਿਹੜੇ ਸ਼ਸਤਰ ਧਾਰਨ ਕੀਤੇ ਨੇ ਉਹ ਸ਼ਸਤਰ ਧਾਰਨ ਕਰਨ ਵਾਲਾ ਛਤਰੀ ਸਦਾਉਂਦਾ ਹੈ। ਸ਼ਸਤਰਨ ਤੇ ਹਾਂਜੀ ਦੁਬਾਰਾ ਪੜ੍ਹੀਏ ਜੀ। ਸ਼ਸਤਰਨ ਤੇ ਛਤਰੀ ਪਇਓ ਹੱਟੀ ਤੇ ਹੈ ਬੈਸ। ਜਦੋਂ ਸ਼ਸਤਰ ਧਾਰਨ ਕੀਤੇ ਤੇ ਸ਼ਸਤਰ ਧਾਰਨ ਕਰਕੇ ਛਤਰੀ ਹੋ ਗਿਆ। ਜਦੋਂ ਦੁਕਾਨਦਾਰੀ ਕਰਨ ਲੱਗ ਪਿਆ, ਵਪਾਰ ਕਰਨ ਲੱਗ ਪਿਆ ਤੇ ਦੁਕਾਨਦਾਰੀ ਵਪਾਰ ਕਰਕੇ ਜਾਂ ਖੇਤੀ ਕਰਨ ਲੱਗ ਪਿਆ, ਉਦੋਂ ਵੈਸ਼ ਬਣ ਗਿਆ। ਮਨੁੱਖ ਹੈ, ਸ਼ਸਤਰ ਧਾਰਨ ਕੀਤੇ ਤੇ ਛਤਰੀ ਬਣ ਗਿਆ। ਜਦੋਂ ਦੁਕਾਨਦਾਰੀ ਕਰਨ ਲੱਗ ਪਿਆ ਜਾਂ ਫਿਰ ਖੇਤਾਂ ਵਿੱਚ ਹਲ ਵਾਹਣ ਲੱਗ ਪਿਆ ਜਾਂ ਵਪਾਰ ਕਰਨ ਲੱਗ ਪਿਆ, ਉਦੋਂ ਵੈਸ਼ ਹੋ ਗਿਆ। ਉਹਨੂੰ ਵੈਸ਼ ਕਹਿਣ ਲੱਗ ਪਏ। ਕਸਬਦਾਰ ਹੋਏ ਸ਼ੂਦਰ ਸੋ ਦਿਜ ਕੇ ਜਾਨੋ ਬੇਸ। ਮਹਾਰਾਜ ਜੀ ਕਹਿਣ ਲੱਗੇ ਫਿਰ ਜੇ ਕੋਈ ਕਿਸੇ ਦਾ ਕਰਿੰਦਾ ਹੋ ਗਿਆ, ਕਿਸੇ ਦਾ ਜਾ ਕੇ ਨੌਕਰ ਹੋ ਗਿਆ, ਜਾ ਕੇ ਕਿਸੇ ਦੇ ਕੋਲ ਨੌਕਰੀ ਕਰਨ ਲੱਗ ਪਿਆ, ਉਹਦਾ ਕੰਮ ਕਰਨ ਲੱਗ ਪਿਆ, ਤਾਂ ਉਹਨੂੰ ਕਹਿ ਦਿੱਤਾ ਇਹ ਸ਼ੂਦਰ ਹੈ। ਤੇ ਜਿਹੜਾ ਬ੍ਰਹਮ ਨੂੰ ਜਾਣ ਲਵੇ, ਬ੍ਰਹਮਾਕਾਰ ਬਿਰਤੀ ਬਣਾ ਲਵੇ, ਉਹਨੂੰ ਕਹਿੰਦੇ ਆ ਬ੍ਰਾਹਮਣ। ਇਹ ਕਰਮ ਤੋਂ ਜਾਤੀ ਬਣੀ। ਐਸਾ ਨਹੀਂ ਵੀ ਜੇ ਹੁਣ ਬ੍ਰਾਹਮਣ ਦੇ ਘਰ ਜਨਮ ਲੈ ਕੇ ਦੁਕਾਨਦਾਰੀ ਕਰਦਾ ਹੋਵੇ ਤੇ ਉਹ ਬ੍ਰਾਹਮਣ ਥੋੜੀ ਰਿਹਾ, ਉਹ ਤਾਂ ਵੈਸ਼ ਹੋ ਗਿਆ। ਜੇ ਬ੍ਰਾਹਮਣ ਦੇ ਘਰ ਜਨਮ ਲੈ ਕੇ ਕੋਈ ਸ਼ਸਤਰ ਧਾਰਨ ਕਰਕੇ ਸ਼ਸਤਰਧਾਰੀ ਹੋ ਗਿਆ ਤਾਂ ਫਿਰ ਉਹ ਬ੍ਰਾਹਮਣ ਨਹੀਂ ਰਿਹਾ, ਉਹ ਤਾਂ ਛਤਰੀ ਹੋ ਗਿਆ। ਕਿਉਂਕਿ ਕਰਮ ਤੋਂ ਜਾਤੀ ਬਣੀ ਹੈ, ਜਨਮ ਤੋਂ ਜਾਤੀ ਨਹੀਂ ਹੈ। ਇਸ ਕਰਕੇ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣ ਲਵੇ। ਜੇ ਕਿਸੇ ਸ਼ੂਦਰ ਦੇ ਘਰ ਜਨਮ ਲੈਣ ਵਾਲਾ ਜਾਂ ਕਿਸੇ ਵੈਸ਼ ਦੇ ਘਰ ਜਨਮ ਲੈਣ ਵਾਲਾ ਜਾਂ ਕਿਸੇ ਛਤਰੀ ਦੇ ਘਰ ਜਨਮ ਲੈਣ ਵਾਲਾ ਆਪਣੀ ਬਿਰਤੀ ਨੂੰ ਬ੍ਰਹਮਾਕਾਰੀ ਬਣਾ ਲੈਂਦਾ, ਬ੍ਰਹਮਾਕਾਰ ਉਹਦੀ ਬਿਰਤੀ ਹੋ ਜਾਂਦੀ ਹੈ, ਤਾਂ ਫਿਰ ਉਹ ਛਤਰੀ ਵੈਸ਼ ਜਾਂ ਸ਼ੂਦਰ ਨਹੀਂ ਰਹਿ ਜਾਂਦਾ, ਉਹ ਬ੍ਰਾਹਮਣ ਹੋ ਜਾਂਦਾ ਹੈ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ ਏਕ ਸ਼ਬਦ ਲਿਵ ਲਾਏ। ਮਹਾਰਾਜ ਜੀ ਕਹਿੰਦੇ ਜਿਹੜਾ ਬ੍ਰਹਮ ਨੂੰ ਜਾਣ ਲਵੇ ਉਹ ਬ੍ਰਾਹਮਣ ਹੈ। ਕਬੀਰ ਜੀ ਮਹਾਰਾਜ ਜੀ ਦੀ ਬੜੀ ਆਲੋਚਨਾ ਹੋਈ ਬਨਾਰਸ ਵਿੱਚ। ਵਿਰੋਧੀ ਬੜੇ ਸਨ। ਵਿਰੋਧੀ ਵੀ ਕਿਹੜੇ ਸਨ? ਬ੍ਰਾਹਮਣ। ਕਬੀਰ ਜੀ ਨਾਲ ਆ ਕੇ ਬਹਿਸਬਾਜ਼ੀ ਕਰਦੇ, ਤੂੰ ਸ਼ੂਦਰਾਂ ਦੇ ਘਰ ਜੰਮਿਆ, ਜੁਲਾਇਆ ਦੇ ਘਰ ਤੇਰੀ ਪਰਵਰਿਸ਼ ਹੋਈ। ਹਾਲਾਂਕਿ ਕਬੀਰ ਜੀ ਦੇ ਮਾਂ-ਬਾਪ ਦਾ ਨਹੀਂ ਪਤਾ। ਗੰਗਾ ਕਿਨਾਰੇ ਨੀਰੂ ਨਾਮ ਦੇ ਜੁਲਾਏ ਨੂੰ ਮਿਲੇ, ਉੱਥੋਂ ਹੀ ਉਹਨਾਂ ਦੀ ਪਰਵਰਿਸ਼ ਹੋਈ। ਜਨਮ ਕਿੱਥੋਂ ਦਾ ਸੀ? ਕਬੀਰ ਪੰਥੀ ਤਾਂ ਕਹਿੰਦੇ ਕਬੀਰ ਜੀ ਦਾ ਜਨਮ ਹੋਇਆ ਹੀ ਨਹੀਂ, ਉਹ ਤਾਂ ਇਦਾਂ ਹੀ ਅਵਤਰਤ ਹੋਏ ਧਰਤੀ ਤੇ। ਪਰਵਰਿਸ਼ ਉਹਨਾਂ ਦੀ ਨੀਰੂ ਜੁਲਾਏ ਦੇ ਘਰ ਹੋਈ। ਜੋ ਕਬੀਰ ਪੰਥੀ ਨੂੰ ਇਹੀ ਉਹਨਾਂ ਦੀ ਇਹ ਧਾਰਨਾ ਹੈ। ਖੈਰ, ਬ੍ਰਾਹਮਣ ਜਿਹੜੇ ਸਨ ਉਹ ਕਬੀਰ ਜੀ ਦੇ ਨਾਲ ਈਰਖਾਬਾਜ਼ੀ ਰੱਖਣੀ, ਤਦੇ ਬਾਦਸ਼ਾਹ ਨੂੰ ਕਹਿ ਕੇ ਕਦੇ ਕਬੀਰ ਜੀ ਨੂੰ ਫੜਾ ਦੇਣਾ, ਤੇ ਕਬੀਰ ਜੀ ਨੂੰ ਪਕੜ ਕੇ ਬਾਦਸ਼ਾਹ ਨੇ ਕਦੇ ਹਾਥੀ ਥੱਲੇ ਸੁੱਟਿਆ, ਕਦੇ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਵਿੱਚ ਸੁੱਟਿਆ। ਪਰ ਕਬੀਰ ਜੀ ਮਹਾਰਾਜ ਰੱਬੀ ਰੰਗਾਂ ਵਿੱਚ ਰੰਗੇ ਹੋਏ। ਇੱਕ ਵਾਰ ਇੱਕ ਬ੍ਰਾਹਮਣ ਆ ਕੇ ਕਬੀਰ ਜੀ ਨੂੰ ਕਹਿਣ ਲੱਗਾ ਵੀ ਤੂੰ ਜੁਲਾਇਆਂ ਦੇ ਘਰ, ਸ਼ੂਦਰਾਂ ਦੇ ਘਰ ਜੰਮਿਆ, ਸਾਡੇ ਬਰਾਬਰ ਪੂਜਾ ਕਰਦਾ ਰੱਬ ਦੀ। ਕਬੀਰ ਜੀ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜੀ, ਤੁਹਾਡੇ ਕੋਲ ਕੀ ਪ੍ਰਮਾਣ ਹੈ ਕਿ ਤੁਸੀਂ ਬ੍ਰਾਹਮਣ ਹੋ? ਕਹਿੰਦਾ ਮੈਂ ਬ੍ਰਾਹਮਣ ਦੇ ਘਰ ਜੰਮਿਆ, ਬ੍ਰਾਹਮਣੀ ਦੇ ਪੇਟ ਤੋਂ ਜੰਮਿਆ, ਮੈਂ ਬ੍ਰਾਹਮਣ ਹਾਂ। तो कबीर जी महाराज जी कहने लगे भी बस यही प्रमाण है। जो तो ब्राह्मण ब्राह्मणी जाया तो आन बाट काहे नहीं आया। बड़ा तार्किक वचन से दलील दे के कहने लगे
ਜੇ ਤੂੰ ਬ੍ਰਾਹਮਣੀ ਦੇ ਪੇਟ ਤੋਂ ਜੰਮ ਕੇ ਆਪਣੇ ਆਪ ਨੂੰ ਬ੍ਰਾਹਮਣ ਮੰਨਦਾ ਹੈ, ਫਿਰ ਤੈਨੂੰ ਉਸੇ ਰਸਤੇ ਕਿਉਂ ਆਉਣਾ ਪਿਆ ਜਿਸ ਰਸਤੇ ਸਾਰੀ ਦੁਨੀਆ ਆਉਂਦੀ ਹੈ? ਤੂੰ ਬ੍ਰਾਹਮਣ ਹੈ, ਤੈਨੂੰ ਉਸ ਰਸਤਿਓਂ ਨਹੀਂ ਸੀ ਆਉਣਾ ਚਾਹੀਦਾ, ਤੈਨੂੰ ਕਿਸੇ ਹੋਰ ਰਸਤਿਓਂ ਆਉਣਾ ਚਾਹੀਦਾ ਸੀ। ਕਹਿਣ ਲੱਗਾ ਤੁਸੀਂ ਸੱਭਿਅਕ ਬੋਲ ਬੋਲੋ। ਕਬੀਰ ਜੀ ਇਦਾਂ ਦੇ ਬੋਲ ਬੋਲਣੇ ਤੁਹਾਨੂੰ ਨਹੀਂ ਸੋਭਦੇ। ਕਬੀਰ ਜੀ ਕਹਿਣ ਲੱਗੇ ਠਹਿਰ ਜਾ, ਬਹਿ ਜਾ ਮੇਰੇ ਕੋਲ। ਪੁੱਤਰ ਨੂੰ ਆਵਾਜ਼ ਮਾਰੀ, ਕਮਾਲਿਆ ਜਾ ਅੰਦਰੋਂ ਛੁਰੀ ਲਿਆ। ਉਹ ਜਾ ਕੇ ਕਮਾਲ ਜੀ ਛੁਰੀ ਲੈ ਆਏ। ਲਿਆ ਕੇ ਛੁਰੀ ਤੇ ਕਹਿਣ ਲੱਗੇ ਲਿਆ ਬਾਹਮਣ ਤੇਰਾ ਹੱਥ ਲਿਆ, ਵੱਢ ਕੇ ਵੇਖੀਏ। ਮੈਂ ਆਪਣਾ ਵੀ ਕੱਟ ਕੇ ਵੇਖਦਾ, ਮੈਂ ਸ਼ੂਦਰ ਆ ਤੇ ਤੂੰ ਬ੍ਰਾਹਮਣ ਹੈ, ਤੇ ਵੇਖੀਏ ਕੁਦਰਤ ਨੇ ਫਰਕ ਪਾਇਆ ਆਪਣੇ 'ਚ। ਤੈਨੂੰ ਕੱਟ ਕੇ ਜੇ ਤੇਰੇ ਸਰੀਰ 'ਚੋਂ ਦੁੱਧ ਵਗਿਆ ਤੇ ਤੂੰ ਬ੍ਰਾਹਮਣ, ਮੈਨੂੰ ਕੱਟ ਕੇ ਜੇ ਮੇਰੇ ਸਰੀਰ 'ਚੋਂ ਖੂਨ ਵਗਿਆ ਤੇ ਮੈਂ ਸ਼ੂਦਰ। ਪਰ ਜੇ ਤੇਰੀਆਂ ਰਗਾਂ ਵਿੱਚੋਂ ਵੀ ਖੂਨ ਵਗਦਾ ਤੇ ਮੇਰੀਆਂ ਰਗਾਂ ਵਿੱਚੋਂ ਵੀ ਖੂਨ ਵਗਦਾ, ਤੇ ਫਿਰ ਤੇਰੇ ਬ੍ਰਾਹਮਣ ਹੋਣ ਦਾ ਕੀ ਪ੍ਰਮਾਣ ਹੈ ਤੇ ਮੇਰੇ ਸ਼ੂਦਰ ਹੋਣ ਦਾ ਕੀ ਪ੍ਰਮਾਣ ਹੈ? ਫਿਰ ਤਾਂ ਇੱਕੋ ਜਿਹੇ ਹੋਏ ਆਪਾਂ। ਆਖਰਕਾਰ ਉਹਨੂੰ ਇਹ ਮੰਨਣੇ ਕਹਿੰਦਾ, ਫਿਰ ਤੁਸੀਂ ਦੱਸ ਦਿਓ ਵੀ ਤੁਸੀਂ ਬ੍ਰਾਹਮਣ ਕਿਹਨੂੰ ਮੰਨਦੇ ਹੋ ਜੇ ਮੈਨੂੰ ਨਹੀਂ ਬ੍ਰਾਹਮਣ ਮੰਨਦੇ? ਕਬੀਰ ਜੀ ਮਹਾਰਾਜ ਜੀ ਕਹਿੰਦੇ ਅਸੀਂ ਬ੍ਰਾਹਮਣ ਉਸ ਨੂੰ ਮੰਨਦੇ ਆ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਜਿਹੜਾ ਬ੍ਰਹਮ ਨੂੰ ਵਿਚਾਰਦਾ ਉਹਨੂੰ ਅਸੀਂ ਬ੍ਰਾਹਮਣ ਮੰਨਦੇ ਆ। ਕਲਗੀਆਂ ਵਾਲੇ ਪਾਤਸ਼ਾਹ ਇੱਥੇ ਖਾਲਸੇ ਨੂੰ ਦੱਸ ਰਹੇ ਨੇ। ਮਹਾਰਾਜ ਜੀ ਕਹਿੰਦੇ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਹੋ ਜਾਂਦਾ। ਜੇ ਸ਼ਸਤਰਧਾਰੀ ਆ ਤਾਂ ਛਤਰੀ ਹੋ ਜਾਂਦਾ, ਜੇ ਦੁਕਾਨਦਾਰੀ ਕਰਦਾ, ਵਪਾਰ ਕਰਦਾ, ਖੇਤੀ ਕਰਦਾ ਤਾਂ ਉਹ ਵੈਸ਼ ਹੋ ਜਾਂਦਾ, ਜੇ ਨੌਕਰੀ ਚਾਕਰੀ ਕਰਦਾ ਕਿਸੇ ਦੀ, ਨੌਕਰੀ ਕਰਦਾ ਕਿਸੇ ਵੀ ਪ੍ਰਕਾਰ ਦੀ, ਤਾਂ ਉਹ ਸ਼ੂਦਰ ਹੋ ਜਾਂਦਾ। ਤੇ ਜੇ ਉਹ ਬ੍ਰਹਮ ਨੂੰ ਜਾਣਦਾ ਤਾਂ ਫਿਰ ਉਹ ਦਿਜ ਹੋ ਜਾਂਦਾ, ਬ੍ਰਾਹਮਣ ਹੋ ਜਾਂਦਾ। ਗਾਏ ਨਿਰਤ ਤੇ ਵਿਪਰ ਨਟ, ਚੁਗਲ ਸੁਦੂਤ ਮਲੇਚ। ਅੱਜ ਜੀ ਕਹਿਣ ਲੱਗੇ ਸੁਣੋ ਭਾਈ, ਇੱਕ ਹੋਰ ਬਚਨ ਸੁਣਾਈਏ ਤੁਹਾਨੂੰ। ਜੇ ਕੋਈ ਬ੍ਰਾਹਮਣ ਦੇ ਘਰ ਜੰਮਿਆ ਹੋਇਆ ਬ੍ਰਾਹਮਣ ਉਹ ਜਾ ਕੇ ਨੱਟ ਬਾਜੀਆਂ ਪਾਉਣ ਲੱਗ ਪਏ, ਤੇ ਫਿਰ ਉਹਨੂੰ ਕੋਈ ਬ੍ਰਾਹਮਣ ਕਹੇਗਾ ਕਿ ਨੱਟ ਕਹੇਗਾ? ਜੰਮਿਆ ਬ੍ਰਾਹਮਣ ਦੇ ਘਰ ਹੋਵੇ ਤੇ ਉਹ ਬਾਜੀਆਂ ਪਾਉਂਦਾ ਫਿਰੇ ਪਿੰਡਾਂ 'ਚ, ਫਿਰ ਉਹ ਬ੍ਰਾਹਮਣ ਥੋੜੀ ਰਿਹਾ, ਉਹ ਤਾਂ ਨੱਟ ਹੋ ਗਿਆ। ਤੇ ਜੇ ਉਹ ਚੁਗਲ ਕਰਦਾ, ਜੇ ਉਹ ਬ੍ਰਾਹਮਣ ਦਾ ਲੜਕਾ ਜਾਂ ਬ੍ਰਾਹਮਣ ਦੇ ਘਰ ਜੰਮ ਕੇ ਚੁਗਲੀ ਕਰਦਾ ਹੈ, ਜਾਂ ਫਿਰ ਨਿੰਦਾ ਚੁਗਲੀ ਕਰਨ ਦੀ ਬਿਰਤੀ ਰੱਖਦਾ ਹੈ, ਜਾਂ ਦੂਤਪੁਣਾ ਕਰਦਾ ਹੈ, ਫਿਰ ਉਹਨੂੰ ਮਲੇਛ ਕਿਹਾ ਜਾਵੇਗਾ। ਉਹ ਬ੍ਰਾਹਮਣ ਥੋੜੀ ਆ ਜਿਹੜਾ ਚੁਗਲੀ ਕਰੇ। ਹਾਂਜੀ, ਖਟ ਕਰ ਮਨ ਤੇ ਹੀਨ ਦਿਜ, ਅਗੀ ਸੋ ਬਰਤੇ ਸਵੈ ਇੱਛਾ। ਜੇ ਬ੍ਰਾਹਮਣ ਨੱਚਣ ਲੱਗ ਪਵੇ ਤੇ ਉਹ ਨਟਰਾਜ ਕਹਾਏਗਾ, ਉਹ ਬ੍ਰਾਹਮਣ ਨਹੀਂ ਹੋਵੇਗਾ, ਉਹਨੂੰ ਨਿਰਤਕਾਰੀ ਵਾਲਾ ਦੱਸਿਆ ਜਾਏਗਾ ਵੀ ਨਚਾਰ ਹੈ। ਤੇ ਇਹਦੇ ਜਿਹੜਾ ਖੱਟ ਕਰਮੀ ਬ੍ਰਾਹਮਣ ਹੋਵੇ ਪਰ ਉਹ ਭੈੜੇ ਕਰਮਾਂ ਦੇ ਵਿੱਚ ਪ੍ਰਵਿਰਤ ਹੋਵੇ ਤਾਂ ਉਸ ਨੂੰ ਅਗੀ ਕਿਹਾ ਜਾਏਗਾ। ਇੱਛਾ ਨਾਲ ਵਰਤਣ ਵਾਲਾ ਉਹ ਬ੍ਰਾਹਮਣ ਪਾਪੀ ਹੈ। ਪੱਕ ਅਪੱਕ ਸਮਝੈ ਨਹੀਂ, ਮਦ ਮਾਸ ਪਰ ਨਾਰ। ਜਿਹੜਾ ਬ੍ਰਾਹਮਣ ਲੋਭੀ ਹੋ ਕੇ ਖਾਣ ਜਾਂ ਨਾ ਖਾਣ ਵਾਲੀ ਵਸਤੂ ਨੂੰ ਸਮਝੇ ਹੀ ਨਾ, ਖਾਣਾ ਕੀ ਹੈ ਤੇ ਨਹੀਂ ਕੀ ਖਾਣਾ ਉਹ ਵੇਖੇ ਹੀ ਨਾ, ਸ਼ਰਾਬ ਮਾਸ ਇਦਾਂ ਦੀਆਂ ਬਿਰਤੀਆਂ ਨੂੰ ਧਾਰਨ ਕਰਕੇ ਖਾਈ ਜਾਵੇ, ਪਰ ਨਾਰੀਗਾਮੀ ਹੋਈ ਜਾਵੇ, ਫਿਰ ਉਹ ਕਿਵੇਂ ਬ੍ਰਾਹਮਣ ਹੋ ਸਕਦਾ? ਉਹ ਬ੍ਰਾਹਮਣ ਨਹੀਂ ਹੈ। ਜਿਹੜਾ ਲਾਲਚ ਵਸ ਹੋ ਕੇ ਪੱਖ ਅਪੱਖ ਦੀ ਵਿਚਾਰ ਨਾ ਕਰੇ, ਸੋ ਚੰਡਾਲ ਤੈਂ ਤਿਆਗ ਕਰ, ਮੇਰੋ ਸਿੱਖ ਨਾ ਨਿਹਾਰ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਬ੍ਰਾਹਮਣ ਚੰਡਾਲ ਹੈ, ਉਹਦਾ ਤਿਆਗ ਕਰਨਾ ਹੀ ਸਮਾਜ ਦੇ ਲੋਕਾਂ ਲਈ ਭਲਾ ਹੈ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਤਾਂ ਇਹੋ ਜਿਹੇ ਬ੍ਰਾਹਮਣ ਨੂੰ ਵੇਖੇ ਤੱਕ ਵੀ ਨਾ, ਜਿਹੜਾ ਇਹੋ ਜਿਹਾ ਹੋਵੇ ਉਹਦੇ ਦਰਸ਼ਨ ਤੱਕ ਵੀ ਨਾ ਕਰੇ। ਆਪ ਲਏ ਲੋਭੀ ਬੜਾ, ਅਵਰਨ ਪਿਖ ਘੁਰ ਰਾਏ। ਕਹਿੰਦੇ ਇਹੋ ਜਿਹੇ ਵੀ ਬ੍ਰਾਹਮਣ ਬੜੇ ਨੇ ਵੀ ਜਦੋਂ ਤੇ ਆਪ ਦਾਨ ਲੈਣਾ ਹੋਵੇ ਲਾਲਚ ਬਸ ਹੋ ਕੇ ਕਹਿੰਦੇ ਹਾਂ ਜੀ ਹੋਰ ਲਿਆਓ ਹੋਰ ਲਿਆਓ, ਤੇ ਜਦੋਂ ਕੋਈ ਦੂਜਾ ਲਵੇ ਤੇ ਵੇਖ ਵੇਖ ਕੇ ਘੁਰ ਘੁਰ ਕਰੀ ਜਾਣ, ਆਹ ਵੇਖੋ ਜ਼ਿਆਦਾ ਚੌਧਰੀ ਬਣਿਆ, ਇਹ ਅੱਗੇ ਹੋ ਕੇ ਜ਼ਿਆਦਾ ਮੰਗਦਾ। ਇਦਾਂ ਦੀ ਬਿਰਤੀ ਵਾਲੇ ਵੀ ਬੜੇ। ਅਕਸਰ ਤੁਸੀਂ ਹਿੰਦੂ ਵੀਰਾਂ ਦੇ ਧਰਮ ਸਥਾਨਾਂ ਤੇ ਜਾਓ ਤੇ ਇਦਾਂ ਦੇ ਬਹੁਤ ਦਿਸਣਗੇ ਤੁਹਾਨੂੰ। ਆਪ ਲੈਣ ਤਾਂ ਲੋਭੀ ਹੋ ਕੇ, ਲਾਲਚੀ ਹੋ ਕੇ ਜਿੰਨਾ ਮਰਜ਼ੀ ਮਿਲ ਜਾਏ,
ਪਰ ਕੋਈ ਦੂਜਾ ਬ੍ਰਾਹਮਣ ਲਵੇ ਉਹਨੂੰ ਵੇਖ ਕੇ ਘੁਰ ਕਰਦੇ ਹਨ। ਸੋ ਮੰਝਾਰ ਦਿਜ ਜਾਨੀਓ ਤਾਹੇ ਨਾ ਦੇਵੇਂ ਪਾਏ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਬ੍ਰਾਹਮਣ ਜਿਹੜਾ ਹੁੰਦਾ ਨਾ ਵੀ ਆਪ ਤਾਂ ਲਾਲਚ ਬਸ ਹੋ ਕੇ ਦਾਨ ਲਈ ਜਾਵੇ, ਕੋਈ ਦੂਜਾ ਲੈਂਦਾ ਉਹਨੂੰ ਵੇਖ ਕੇ ਘੁਰੀ ਜਾਵੇ। ਕਹਿੰਦੇ ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਉਹ ਬਿੱਲੇ ਬ੍ਰਾਹਮਣ ਵਾਂਗੂ ਹੈ। ਜਿਵੇਂ ਬਿੱਲਾ ਹੁੰਦਾ ਨਾ ਬਿੱਲੀ, ਕਹਿੰਦੇ ਉਹ ਬਿੱਲੇ ਬ੍ਰਾਹਮਣ ਵਾਂਗੂ ਹੈ, ਉਹਦੇ ਸਮਾਨ ਉਹਦੀ ਬਿਰਤੀ ਆ, ਉਹਨੂੰ ਬ੍ਰਾਹਮਣ ਨਹੀਂ ਕਿਹਾ ਜਾ ਸਕਦਾ। ਉਹ ਬਿੱਲਾ ਬ੍ਰਾਹਮਣ ਆ। ਔਰ ਇਹੋ ਜਿਹੇ ਬ੍ਰਾਹਮਣ ਨੂੰ ਕਦੇ ਵੀ ਦਾਨ ਨਾ ਕਰੇ। ਸਮਾਜ ਦੇ ਲੋਕਾਂ ਨੂੰ ਚਾਹੀਦਾ ਇਹੋ ਜਿਹਾ ਜਿਹੜਾ ਬ੍ਰਾਹਮਣ ਹੁੰਦਾ ਉਹਨੂੰ ਕਦੇ ਵੀ ਦਾਨ ਨਾ ਦਿੱਤਾ ਜਾਵੇ। ਪਾਦਾ ਬ੍ਰਾਹਮਣ ਵਿਆਹ ਧਨ ਦਖਨਾ ਲਏ ਪਰਯੋਗ। ਜਿਹੜਾ ਬ੍ਰਾਹਮਣ ਵਿਦਿਆ ਪੜ੍ਹਾਉਣ ਦੇ ਬਦਲੇ ਪੈਸਾ ਲੈਂਦਾ, ਬ੍ਰਾਹਮਣ ਦਾ ਧਰਮ ਹੁੰਦਾ ਵਿਦਿਆ ਪੜ੍ਹਾਉਣੀ, ਪਰ ਜੇ ਉਹ ਵਿਦਿਆ ਪੜ੍ਹਾਉਣ ਦੇ ਬਦਲੇ ਪੈਸੇ ਲੈਂਦਾ ਜਾਂ ਫਿਰ ਆਪਣੇ ਜਜਮਾਨ ਦੀ ਲੜਕੀ ਦੇ ਵਿਆਹ ਦਾ ਪੈਸਾ ਲੈਂਦਾ ਵੀ ਮੈਂ ਵਿਆਹ ਤਾਂ ਪੜ੍ਹਨਾ ਜੇ ਮੈਨੂੰ ਇੰਨੇ ਪੈਸੇ ਦੇਵੇਂਗਾ। ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਜੀ ਬਚਨ ਕਰਦੇ, ਮਹਾਰਾਜ ਜੀ ਕਹਿੰਦੇ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ। ਪੰਡਤ ਜੀ ਜਿਹੜੀ ਪੁੱਤਰੀ ਤੇਰੇ ਜਜਮਾਨ ਦੀ ਹੈ ਉਹ ਤੇਰੀ ਨਹੀਂ। ਜੇ ਤੇਰੇ ਜਜਮਾਨ ਨੂੰ ਵੀ ਤੂੰ ਪੁੱਤਰ ਕਹਿਣਾ, ਉਹਦੀ ਪੁੱਤਰੀ ਜੇ ਤੇਰੀ ਪੁੱਤਰੀ ਹੈ ਤੇਰੀ ਵੀ ਪੁੱਤਰੀ ਹੋਈ। ਤੇ ਜੇ ਤੂੰ ਕਹਿਣਾ ਵੀ ਪੁੱਤਰੀ ਦਾ ਪੈਸਾ ਖਾ ਕੇ ਜਨਮ ਭ੍ਰਸ਼ਟ ਹੋ ਜਾਂਦਾ ਹੈ, ਤੇ ਜਦੋਂ ਜਜਮਾਨ ਦੀ ਲੜਕੀ ਦਾ ਵਿਆਹ ਕਰਕੇ ਬਦਲੇ 'ਚ ਤੂੰ ਪੈਸੇ ਲੈਣਾ ਲਾਲਚ ਵਸ ਹੋ ਕੇ, ਕਹਿੰਦੇ ਫਿਰ ਇਹੋ ਜਿਹਾ ਧਾਨ ਖਾ ਕੇ ਤੇਰਾ ਜਨਮ ਭ੍ਰਸ਼ਟ ਨਾ ਹੋਵੇਗਾ। ਇਸ ਕਰਕੇ ਮਹਾਰਾਜ ਜੀ ਇੱਥੇ ਦੱਸ ਰਹੇ ਨੇ, ਕਹਿੰਦੇ ਜਿਹੜਾ ਬ੍ਰਾਹਮਣ ਵਿਦਿਆ ਪੜ੍ਹਾਉਣ ਦੇ ਬਦਲੇ ਪੈਸਾ ਲੈਂਦਾ ਜਾਂ ਫਿਰ ਕਿਸੇ ਜਜਮਾਨ ਦੀ ਲੜਕੀ ਦੇ ਵਿਆਹ ਕਰਾਉਣ ਦਾ ਮੰਤਰ ਪੜ੍ਹਨ ਦਾ ਪੈਸਾ ਲੈਂਦਾ ਜਾਂ ਫਿਰ ਕਿਸੇ ਪ੍ਰਕਾਰ ਦਾ ਕੋਈ ਪ੍ਰਯੋਗ ਕਰਦਾ, ਜੇ ਕਿਸੇ ਜਜਮਾਨ ਦਾ ਕੋਈ ਘਰ 'ਚ ਯੱਗ ਕੀਤਾ ਤੇ ਬਦਲੇ ਵਿੱਚ ਉਹ ਪੈਸਾ ਲੈਂਦਾ। ਕਸਬੀ ਬਿਪਰ ਸੋ ਪਾਪ ਕਰ ਤਹਿ ਦਾਤਾ ਅਗ ਭੋਗ। ਕਹਿੰਦੇ ਜਿਹੜਾ ਇਹੋ ਜਿਹਾ ਬ੍ਰਾਹਮਣ ਆ ਉਹਨੂੰ ਕਸਾਈ ਬ੍ਰਾਹਮਣ ਕਿਹਾ ਜਾਏਗਾ, ਵੀ ਉਹ ਕਸਾਈ ਬ੍ਰਾਹਮਣ ਹੈ, ਉਹਨੂੰ ਕਸਾਈ ਬ੍ਰਾਹਮਣ ਕਿਹਾ ਜਾਏਗਾ। ਕਸਬੀ ਬ੍ਰਾਹਮਣ ਉਹ ਬ੍ਰਾਹਮਣ ਨਹੀਂ ਹੈ, ਉਹ ਕਸਬੀ ਬ੍ਰਾਹਮਣ, ਉਹ ਕਸਾਈ ਬ੍ਰਾਹਮਣ ਹੈ। ਉਹਨੂੰ ਜਿਹੜਾ ਦੇਣ ਵਾਲਾ ਦਾਤਾ ਹੈ ਇਹੋ ਜਿਹੇ ਕਸਾਈ ਬ੍ਰਾਹਮਣ ਨੂੰ, ਉਹ ਵੀ ਦੁਖੀ ਹੁੰਦਾ ਹੈ, ਤੇ ਜਿਹੜਾ ਇਹੋ ਜਿਹਾ ਬ੍ਰਾਹਮਣ ਦਾਨ ਲੈਣ ਵਾਲਾ ਇਦਾਂ ਦੀਆਂ ਚੀਜ਼ਾਂ ਦਾ, ਉਹ ਵੀ ਮਹਾ ਪਾਪਾਂ ਨੂੰ ਭੋਗਣ ਵਾਲਾ, ਦੁੱਖ ਦੇ ਪਾਪਾਂ ਨੂੰ ਭੋਗਦਾ ਹੈ। ਵਿਪਰ ਪੜੇ ਪ੍ਰਭ ਕੋ ਭਜੇ ਨਿੰਦਾ ਉਸਤਤ ਤਿਆਗ। ਜੀ ਕਹਿੰਦੇ ਬ੍ਰਾਹਮਣ ਵਾਸਤੇ ਜਿਹੜੇ ਧਰਮ ਨੇ ਉਹ ਤਾਂ ਇਹ ਨੇ ਵੀ ਉਹ ਵਿਦਿਆ ਪੜ੍ਹੇ ਪੜ੍ਹਾਵੇ, ਤੇ ਪੜ੍ਹਾਉਣ ਵੇਲੇ ਉਹ ਕਿਸੇ ਕੋਲੋਂ ਪੈਸਾ ਨਾ ਲਵੇ, ਜੋ ਪਰਾਲਬਧ ਹੋਵੇ ਉਹਨੂੰ ਮਿਲ ਜਾਏ, ਮੰਗੇ ਨਾ। ਫਿਰ ਪ੍ਰਭ ਕੋ ਭਜੈ, ਪਰਮੇਸ਼ਰ ਦਾ ਭਜਨ ਕਰੇ, ਨਿੰਦਾ ਦਾ ਤਿਆਗ ਕਰੇ, ਇੱਕ ਸਮਾਨ ਬਿਰਤੀ ਰੱਖੇ। ਕਰੇ ਸੁਭਾਵਕ ਕਰਮ ਕੋ ਸੋ ਪਾਤਰ ਸ਼ੁਭ ਵਾਗ। ਸੁਭਾਵਕ ਕਰਮ ਕਰੇ ਉਹਨੂੰ ਸ਼ੁਭ ਪਾਤਰ ਬ੍ਰਾਹਮਣ ਕਿਹਾ ਜਾਂਦਾ, ਸ੍ਰੇਸ਼ਟ ਬਾਣੀ ਬੋਲਣ ਵਾਲਾ ਪਾਤਰ ਕਿਹਾ ਜਾਂਦਾ ਹੈ। ਜੋ ਪਈ ਵਿਪਰ ਹੋਏ ਕੈ ਏਕੋ ਵਿਆਹ। ਹਿੰਦੁਸਤਾਨ ਦੇ ਹਿੰਦੂ ਧਰਮ ਦੇ ਗ੍ਰੰਥਾਂ ਦੇ ਅਨੁਸਾਰ ਇਹ ਵੀ ਪ੍ਰਤਿਪਿਰਤ ਹੈ ਕਿ ਬ੍ਰਾਹਮਣ ਕੇਵਲ ਇੱਕ ਸ਼ਾਦੀ ਕਰਾ ਸਕਦਾ। ਜਿਹੜਾ ਬ੍ਰਾਹਮਣ ਹੈ ਉਹ ਕੇਵਲ ਇੱਕ ਵਿਆਹ ਕਰਾ ਸਕਦਾ ਹੈ। ਵਿਪਰ ਬਰਨ ਕੇ ਵਿਆਹਨ ਵਿਆਹ। ਜਿਹੜਾ ਬ੍ਰਾਹਮਣ ਹੈ ਉਹ ਇੱਕ ਵਿਆਹ ਤੋਂ ਵੱਧ ਦੂਸਰਾ ਵਿਆਹ ਨਹੀਂ ਕਰਾ ਸਕਦਾ। ਦੂਜਾ ਬ੍ਰਾਹਮਣ ਕੇਵਲ ਬ੍ਰਾਹਮਣੀ ਨਾਲ ਹੀ ਵਿਆਹ ਕਰਾ ਸਕਦਾ ਹੈ, ਇਹ ਉਹਨਾਂ ਦਾ ਮੰਨਣਾ ਹੈ। ਵਿਆਹ ਕਰਾਈ ਲਏ ਨ ਦਾਨ। ਹੁਣ ਜਦੋਂ ਵਿਆਹ ਕਰਾ ਕੇ ਕਿਸੇ ਲੜਕੀ ਨੂੰ ਬ੍ਰਾਹਮਣੀ ਨੂੰ ਵਿਆਹ ਕੇ ਲਿਆਵੇ ਬ੍ਰਾਹਮਣ, ਤੇ ਉਹਦੇ ਪਿਤਾ ਕੋਲੋਂ ਦਾਨ ਨਾ ਲਵੇ, ਜਿਹਨੂੰ ਦਾਜ ਦਹੇਜ ਕਹਿੰਦੇ ਆ, ਉਹ ਬ੍ਰਾਹਮਣ ਨਾ ਲਵੇ। ਆਨ ਦੇਵ ਕੀ ਕਰੇ ਨ ਕਾਨ। ਹੋਰ ਕਿਸੇ ਦੇਵ ਦੀ ਉਹ ਕੋਈ ਕਾਣ ਕਨੋੜ ਨਾ ਰੱਖੇ, ਜਿਹੜਾ ਉਹਦਾ ਇਸ਼ਟ ਹੈ ਕੇਵਲ ਉਸੇ ਨੂੰ ਮੰਨਦਾ ਹੋਵੇ। ਬਿਦ ਕਰ ਤਾਗਾ ਬਿਦ ਕਰ ਵੇਦ। ਔਰ ਵੇਦਾਂ ਦੇ ਵਿੱਚ ਜਿਹੜੀ ਵਿਧੀ ਦੱਸੀ ਆ ਉਹਦੇ ਮੁਤਾਬਕ ਉਹ ਵਿਧੀ ਪੂਰਵਕ ਢੰਗ ਨਾਲ ਚੱਲੇ, ਦਾਨ ਕਰੇ। ਬਿਦ ਕਰ ਦਾਨ ਨ ਧਾਰੇ ਭੇਦ। ਜਿਹੜਾ ਵਿਧ ਕਰਕੇ ਦਾਨ ਉਹਨੂੰ ਮਿਲਿਆ ਉਹਦੇ ਵਿੱਚ ਭੇਦ ਨਾ ਰੱਖੇ।
ਭੋਜਨ ਦਾਨ ਕੁਦਾਨ ਸੋ ਤਿਆਗੈ। ਜਿਹੜਾ ਕੁਦਾਨ ਹੈ ਯਾਨੀ ਕਿ ਖੋਟਾ ਦਾਨ ਹੈ ਉਹਨੂੰ ਬ੍ਰਾਹਮਣ ਤਿਆਗ ਦੇਵੇ। ਸੋ ਦਿਜ ਬਰ ਪੂਜਤ ਵੱਡ ਭਾਗੈ। ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਉਹ ਸਮਾਜ ਦੇ ਵਿੱਚ ਪੂਜਿਆ ਜਾਂਦਾ, ਹਿੰਦੂ ਵੀਰਾਂ ਵਿੱਚ ਪੂਜਿਆ ਜਾਂਦਾ ਜੇ ਕੋਈ ਇਹੋ ਜਿਹਾ ਬ੍ਰਾਹਮਣ ਹੋਵੇ। ਇਹ ਉਹਨਾਂ ਦੀਆਂ ਧਾਰਨਾਵਾਂ ਹਨ। ਗ੍ਰਹਿਣ ਨ ਲੇਵੈ ਤੁਲਾ ਨ ਮੂਰਤ। ਮਹਾਰਾਜ ਜੀ ਜਾਣਕਾਰੀ ਦੇ ਰਹੇ ਨੇ ਸਾਨੂੰ ਦੂਸਰੇ ਧਰਮ ਦੇ ਬ੍ਰਾਹਮਣਾਂ ਦੀ ਕੀ ਬਿਰਤੀ ਹੁੰਦੀ, ਉਹ ਕਿੱਦਾਂ ਵਿਚਰਦੇ ਆ, ਜਾਣਕਾਰੀ ਦੇ ਰਹੇ ਆ, ਗਿਆਨ ਦੇ ਰਹੇ ਨੇ। ਸਾਡਾ ਉਹਨਾਂ ਨਾਲ ਕੋਈ ਵਰਤਾਰਾ ਨਹੀਂ ਵਰਤਾ ਰਹੇ ਵੀ ਤੁਸੀਂ ਉਹਨਾਂ ਨਾਲ ਸਾਂਝ ਬਣਾਉਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਜਾਣਕਾਰੀ ਜਿਵੇਂ ਗੱਲਾਂ ਨਹੀਂ ਹੁੰਦੀਆਂ ਆਪਾਂ ਕਰ ਲੈਂਦੇ ਆ ਵੀ ਫਲਾਣੇ ਦੇਸ਼ ਵਿੱਚ ਆਹ ਹੁੰਦਾ, ਉੱਥੇ ਆਹ ਹੁੰਦਾ, ਏਦਾਂ ਮਹਾਰਾਜ ਜੀ ਜਾਣਕਾਰੀ ਦੇ ਰਹੇ ਨੇ। ਮਹਾਰਾਜ ਜੀ ਕਹਿੰਦੇ ਜਿਹੜਾ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਕਿਹਾ ਗਿਆ ਹੈ ਕਿ ਜਿਹੜਾ ਬ੍ਰਾਹਮਣ ਹੈ ਉਹ ਗ੍ਰਹਿਣ ਸਮੇਂ ਜਿਹੜਾ ਦਾਨ ਹੈ ਉਹ ਨਾ ਲਵੇ। ਪਰ ਹੁੰਦਾ ਕੀ ਹੈ, ਗ੍ਰਹਿਣ ਸਮੇਂ ਸਗੋਂ ਜ਼ਿਆਦਾ ਦਾਨ ਲੈਂਦੇ ਆ ਲੋਕਾਂ ਨੂੰ ਡਰਾ ਕੇ। ਕੁਰਕਸ਼ੇਤਰ ਇਹੀ ਕੁਝ ਹੋ ਰਿਹਾ ਸੀ। ਗੁਰੂ ਨਾਨਕ ਸਾਹਿਬ ਗਏ, ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਚੁੱਲ੍ਹਾ ਚਾੜ ਲਿਆ। ਇਹ ਆਖਣ ਜੀ ਤੁਸੀਂ ਇੱਥੇ ਦਾਨ ਕਰਨਾ ਸੀ, ਤੁਸੀਂ ਚੁੱਲ੍ਹਾ ਚਾੜ ਦਿੱਤਾ ਜੀ, ਸੂਰਜ ਦੇ ਉੱਤੇ ਗ੍ਰਹਿਣ ਲੱਗਾ ਹੋਇਆ, ਇੰਨਾ ਔਖਾ ਵੇਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਉਸ ਵਕਤ ਉਹਨਾਂ ਨਾਲ ਚਰਚਾ ਕੀਤੀ ਸੀ। ਨਾਨੂ ਨਾਮ ਦਾ ਪੰਡਤ ਆਇਆ ਸੀ। ਮਹਾਰਾਜ ਜੀ ਕਹਿੰਦੇ ਬ੍ਰਾਹਮਣਾਂ ਦੇ ਵਿੱਚ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਇਹ ਕਿਹਾ ਜਾਂਦਾ ਵੀ ਸੂਰਜ ਗ੍ਰਹਿਣ ਦੇ ਵੇਲੇ ਜਿਹੜਾ ਦਾਨ ਹੈ ਉਹ ਨਾ ਲਵੇ, ਜਾਂ ਫਿਰ ਜਿਹੜਾ ਤੁਲਾ ਦਾਨ ਹੁੰਦਾ ਨਾ ਵੀ ਜਿਹੜਾ ਕਿਸੇ ਦੇ ਸਰੀਰ ਦੇ ਬਰਾਬਰ ਤੋਲ ਕੇ ਦਿੱਤਾ ਹੋਇਆ ਦਾਨ ਹੁੰਦਾ ਉਹ ਵੀ ਇਹ ਨਾ ਲੈਣ। ਛਾਇਆ ਮਿਰਤਕ ਜਨਮ ਕੇ ਦੂਰਤ। ਛਾਇਆ ਪਾਤਰ ਦਾ ਦਾਨ, ਜਾਂ ਕੋਈ ਮਰ ਜਾਵੇ ਤੇ ਉਸ ਮਰੇ ਦੇ ਬਰਾਬਰ ਉਹਦੇ ਉਸ ਵੇਲੇ ਜਿਹੜਾ ਉਹ ਦਾਨ ਹੁੰਦਾ ਉਹਨੂੰ ਬੜਾ ਕਰੂਰ ਦਾਨ ਕਿਹਾ ਜਾਂਦਾ, ਉਹ ਨਾ ਲਵੇ। ਬਿਨ ਮੰਗੇ ਪੜ ਵੇਦ ਪੁਰਾਨ। ਕਹਿੰਦੇ ਬਿਨਾਂ ਮੰਗਿਆ ਜਾ ਕੇ ਵੇਦ ਪੁਰਾਣ ਪੜ੍ਹੇ। ਇਹ ਨਹੀਂ ਵੀ ਵੇਦ ਪੁਰਾਣ ਪੜਨ ਦੇ ਬਦਲੇ ਉਹਨਾਂ ਕੋਲੋਂ ਦਾਨ ਮੰਗੇ ਵੀ ਇੰਨਾ ਚਾਹੀਦਾ। ਕਹਿੰਦੇ ਬਿਨਾਂ ਮੰਗਿਆ ਵੇਦ ਪੁਰਾਣ ਪੜ੍ਹੇ। ਔਰ ਐਸਾ ਨਹੀਂ ਹੈ ਵੀ ਇਹਨੂੰ ਮਿਲਣਾ ਨਹੀਂ, ਜੋ ਪਰਾਲਬਧ ਵਸ ਉਹ ਦੇ ਦੇਵੇ, ਉਹਨੂੰ ਚੁੱਪ ਕਰਕੇ ਲੈ ਲਵੇ। ਸ਼ਹੀਦ ਭਾਈ ਮਨੀ ਸਿੰਘ ਜੀ ਨੇ ਇੱਕ ਬੜਾ ਸੁੰਦਰ ਬਚਨ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸੰਬੰਧੀ। ਉਹ ਕਹਿੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨ ਵਾਲੇ ਪਾਠੀ ਸਿੰਘ ਇੰਨੇ ਸਮਰਪਣ ਹੋਣ ਕਿ ਉਹ ਗੁਰਬਾਣੀ ਵਿੱਚ ਖੁੱਭ ਜਾਣ ਤੇ ਉਹਨਾਂ ਦੇ ਹਿਰਦੇ 'ਚ ਕੋਈ ਕਾਂਖਾ ਨਾ ਹੋਵੇ ਕਿ ਮੈਂ ਇਸ ਬਾਣੀ ਦੇ ਪੜਨ ਬਦਲੇ ਕੁਝ ਲੈਣਾ। ਤੇ ਜਿਹੜਾ ਪਰਿਵਾਰ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਰਿਹਾ ਹੈ ਉਹਦੇ ਹਿਰਦੇ ਵਿੱਚ ਇਹ ਭਾਵਨਾ ਹੋਵੇ ਕਿ ਗੁਰੂ ਕੀ ਬਾਣੀ ਸੁਣਾ ਰਹੇ ਨੇ, ਮੇਰੇ ਘਰ ਵਿੱਚ ਜੋ ਕੁਝ ਆ ਮੈਂ ਸਭ ਕੁਝ ਇਹਨਾਂ ਨੂੰ ਦਾਨ ਕਰ ਦਿਆਂ। ਭਾਈ ਮਨੀ ਸਿੰਘ ਜੀ ਵੇਖੋ ਅਖੰਡ ਪਾਠ ਸਾਹਿਬ ਦੀ ਮਰਿਆਦਾ ਦੱਸਦੇ। ਹੁਣ ਨਾ ਕਰਨ ਵਾਲਿਆਂ ਵਿੱਚ ਬਿਰਤੀ, ਨਾ ਕਰਾਉਣ ਵਾਲਿਆਂ ਵਿੱਚ ਬਿਰਤੀ। ਕਰਾਉਣ ਵਾਲੇ ਵੀ ਕਈ ਵਾਰੀ ਪੁੱਛਣਗੇ ਭੇਟਾ ਬਹੁਤ ਜ਼ਿਆਦਾ ਹੈ, ਤੇ ਜਿਹੜੇ ਕਰਨ ਵਾਲੇ ਨੇ ਉਹ ਵੀ ਆਖਣਗੇ ਜੀ ਸਾਨੂੰ ਇੰਨਾ ਦਾਨ ਚਾਹੀਦਾ। ਹਾਲਾਂਕਿ ਮਰਿਆਦਾ ਮਹਾਰਾਜ ਜੀ ਦੋਨਾਂ ਵਾਸਤੇ ਹੈ ਦੱਸ ਰਹੇ ਨੇ। ਇੱਥੇ ਬ੍ਰਾਹਮਣਾਂ ਵਾਸਤੇ ਵੀ ਮਹਾਰਾਜ ਜੀ ਕਹਿੰਦੇ ਵੀ ਬ੍ਰਾਹਮਣਾਂ ਵਾਸਤੇ ਜਿਹੜੀ ਵਿਹਿਤ ਮਰਿਆਦਾ ਉਹ ਇਹ ਹੈ ਵੀ ਉਹ ਬਿਨਾਂ ਮੰਗਿਆਂ ਵੇਦ ਤੇ ਪੁਰਾਣ ਪੜਨ। ਪਰ ਉਹ ਕੀ ਕਰਦੇ ਸੀ? ਭਾਗਟ ਗ੍ਰਹਿ ਪੜ੍ਹੈ ਨਿਤ ਪੋਥੀ। ਸ਼ਾਹੂਕਾਰਾਂ ਦੇ ਘਰ ਜਾ ਕੇ ਧਰਮ ਗ੍ਰੰਥ ਪੜ੍ਹਦੇ ਸਨ, ਉੱਥੇ ਜਾ ਕੇ ਪੋਥੀਆਂ ਪੜ੍ਹਦੇ ਸਨ ਵੀ ਇੱਥੋਂ ਚੰਗਾ ਦਾਨ ਮਿਲੇਗਾ। ਕੋਈ ਗਰੀਬ ਵਿਚਾਰਾ ਕਹੇ ਵੀ ਸਾਡੇ ਘਰੇ ਪੜ੍ਹ ਜੋ, ਤੇ ਕਹਿੰਦੇ ਜੀ ਅਸੀਂ ਨਹੀਂ ਆਉਣਾ, ਤੁਹਾਡੇ ਘਰ ਇੰਨਾ ਦਾਨ ਦਿਓਗੇ ਤਾਂ ਆਵਾਂਗੇ। ਹਾਂਜੀ। ਦੇਵ ਦਤ ਭੋਗੈ ਸੁਰ ਗਿਆਨ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਇਹੋ ਜਿਹਾ ਬ੍ਰਾਹਮਣ ਹੈ ਉਹ ਜੋ ਰੱਬ ਦੇਵੇ ਉਹ ਖਾਵੇ, ਉਹ ਦੇਵਤਾ ਤੇ ਗਿਆਨੀ ਹੈ। ਲੇਵੈ ਦੇਵੈ ਮੋਹ ਨ ਕਰੈ। ਲੈਣ ਦੇਣ ਵੇਲੇ ਦਾਨ ਦੇਵੇ ਵੀ ਤੇ ਲਵੇ ਵੀ ਉਸ ਵੇਲੇ ਮੋਹ ਤੇ ਮਮਤਾ ਦੀ ਬਿਰਤੀ ਨਾ ਰੱਖੇ। ਸੋ ਦਿਜ ਸਕਲ ਜਗਤ ਤੇ ਪਰੇ। ਜੇ ਬ੍ਰਾਹਮਣ ਤਾਂ ਫਿਰ ਪੂਜਨੀਕ ਹੁੰਦੇ, ਜੇ ਕੋਈ ਇਹੋ ਜਿਹਾ ਅਸਲ ਵਿੱਚ ਹੋਵੇ ਬ੍ਰਾਹਮਣ, ਮਹਾਰਾਜ ਕਹਿੰਦੇ ਉਹ ਤਾਂ ਫਿਰ ਜਗਤ ਤੋਂ ਪਰੇ ਹੋ ਜਾਂਦਾ ਹੈ। ਤਿਨ ਕੇ ਪਾਏ ਪਰੇ ਹੋਏ ਤੇਜ। ਇਹੋ ਜਿਹੇ ਬ੍ਰਾਹਮਣ, ਜਿਹੜਾ ਕੋਈ ਇਹੋ ਜਿਹਾ ਬ੍ਰਾਹਮਣ ਹੋਵੇ ਬਿਲਕੁਲ ਨਿਸ਼ਕਪਟ ਨਿਸ਼ਕਾਮ ਰੱਬ ਦੀ ਬੰਦਗੀ ਕਰਨ ਵਾਲਾ, ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹ ਤਾਂ ਪੂਜਣੇ ਯੋਗ ਹੀ ਹੈ। ਦੇਵ ਗਿਆਨੀ ਕਰਮ ਤਰੇਜ। ਉਹ ਦੇਵ ਗਿਆਨੀ ਕਰਮ ਧਰਨ ਵਾਲਾ ਹੈ। ਮੈਂ ਜੋ ਪੰਥ ਕਰਿਓ ਤਿਸ ਕਾਰ।
ਕਾਰਨ ਪਾਤਸ਼ਾਹ ਕਹਿਣ ਲੱਗੇ ਮੈਂ ਜੋ ਇਹ ਖਾਲਸਾ ਪੰਥ ਸਾਜਿਆ ਹੈ, ਨੈ ਤੋ ਮੇਰੋ ਜਨਮ ਅਕਾਰਨ, ਇਸ ਪੰਥ ਨੂੰ ਸਾਜਣ ਵਾਸਤੇ ਕਾਰਨ ਹੈ। ਤੇ ਮਹਾਰਾਜ ਜੀ ਕਹਿੰਦੇ ਸਾਡਾ ਵੀ ਜਨਮ ਅਕਾਰਨ ਹੀ ਨਹੀਂ ਹੋਇਆ, ਅਸੀਂ ਵੀ ਕਿਸੇ ਕਾਰਨ ਕਰਕੇ ਸੰਸਾਰ ਵਿੱਚ ਜਨਮ ਲੈ ਕੇ ਆਏ, ਅਵਤਾਰ ਧਾਰ ਕੇ ਆਏ। ਤੇ ਜਿਹੜਾ ਇਹ ਪੰਥ ਸਾਜਿਆ ਅਸੀਂ, ਇਸ ਪੰਥ ਨੂੰ ਸਾਜਣ ਪਿੱਛੇ ਵੀ ਕਾਰਨ ਹੈ। ਬਿਨਾਂ ਕਾਰਨ ਤੋਂ ਇਹ ਪੰਥ ਨਹੀਂ ਸਾਜਿਆ ਗਿਆ, ਕਾਰਨ ਤੋਂ ਕਾਰਜ ਹੋਇਆ ਕਰਦਾ ਹੈ। ਮੇਰਾ ਸਿੱਖ ਬੈਰਾਗੀ ਰਹੇ, ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਇਹ ਸੰਸਾਰ ਵਿੱਚ ਨਿਰਚਾਵਾਨ ਹੋ ਕੇ ਰਹੇ। ਵੈਰਾਗੀ ਦਾ ਮਤਲਬ ਹੁੰਦਾ ਹੈ ਖੁਆਇਸ਼ ਨਾ ਕਰੇ ਕਿਸੇ ਚੀਜ਼ ਦੀ, ਪਦਾਰਥ ਦੀ। ਆਜ ਕਾਲ ਕਰ ਕਾਲ ਸੰਗ, ਇਹ ਜਾਣੇ ਕਿ ਅੱਜ ਕੱਲ ਕਦੇ ਵੀ ਕਾਲ ਵਿਆਪ ਸਕਦਾ ਹੈ। ਉੱਪਰ ਤਾਂ ਦੱਸ ਦਿੱਤਾ ਵੀ ਬ੍ਰਾਹਮਣ ਇਦਾਂ ਦੇ ਹੋਣੇ ਚਾਹੀਦੇ ਨੇ। ਹੁਣ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਮੇਰਾ ਸਿੱਖ ਹੈ, ਜਿਹੜਾ ਬ੍ਰਾਹਮਣ ਤੋਂ ਸਿੱਖ ਬਣ ਗਿਆ, ਜਿਹੜਾ ਬ੍ਰਾਹਮਣ ਤੋਂ ਸਿੱਖ ਬਣ ਗਿਆ, ਉਹ ਕਿੱਦਾਂ ਦਾ ਹੋਣਾ ਚਾਹੀਦਾ? ਮਹਾਰਾਜ ਕਹਿੰਦੇ ਵੈਰਾਗੀ। ਉਹ ਇਹ ਜਾਣੇ ਕਿ ਅੱਜ ਕੱਲ ਕਦੇ ਵੀ ਮੌਤ ਆ ਕੇ ਵਿਆਪ ਸਕਦੀ ਹੈ। ਉਹ ਜਾਣ ਲਵੇ ਕਿ ਮੌਤ ਸਿਰ ਦੇ ਉੱਤੇ ਹੈ। ਏਦਾਂ ਆਪਣੇ ਹਿਰਦੇ 'ਚ ਬਿਰਤੀ ਰੱਖੇ। ਸੁਆਮੀ ਧਰਮ ਸਦਾ ਪ੍ਰਤਪਾਲੇ, ਆਪਣੇ ਸੁਆਮੀ ਦਾ ਜਿਹੜਾ ਧਰਮ ਹੈ ਉਹਦੀ ਪ੍ਰਤਪਾਲਣਾ ਕਰੇ ਆਪਣੇ ਅਖੀਰਲੇ ਸਾਹ ਤੱਕ। ਆਪਣੇ ਸਵੈ ਧਰਮ ਦੀ, ਆਪਣੇ ਸੁਆਮੀ ਦੇ ਧਰਮ ਦੀ ਪਾਲਣਾ ਕਰੇ। ਧਰਮ ਪਾਲ ਸ਼ੁਭ ਰਸਤਾ ਭਾਲੇ, ਧਰਮ ਦੀ ਪਾਲਣਾ ਕਰਕੇ ਸ਼ੁਭ ਰਾਹ ਦੀ ਪਾਲਣਾ ਕਰੇ। ਜਿਹੜਾ ਮੇਰਾ ਸਿੱਖ ਹੈ ਸਵੈ ਸੁਆਮੀ ਦੇ ਧਰਮ ਦੀ ਪਾਲਣਾ ਕਰੇ ਔਰ ਸ਼ੁਭ ਰਸਤੇ ਦੀ ਭਾਲ ਕਰੇ। ਸਮੇਂ ਸਮੇਂ ਸਿਰ ਭੋਜਨ ਸੇਵਾ, ਸਮੇਂ ਸਮੇਂ ਜਦੋਂ ਕਿਤੇ ਸਮਾਂ ਬਣੇ ਗੁਰੂ ਕੇ ਸਿੱਖਾਂ ਨੂੰ ਭੋਜਨ ਛਕਾਉਣ ਦੀ ਸੇਵਾ ਕਰੇ, ਭੋਜਨ ਦੀ ਸੇਵਾ ਕਰੇ। ਜੜਤਾ ਤਜ ਬਾਣੀ ਗੁਰ ਗੇਵਾ, ਔਰ ਆਪਣੇ ਹਿਰਦੇ ਦੀ ਮੂਰਖਤਾ ਨੂੰ ਛੱਡ ਕੇ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ 'ਚ ਗ੍ਰਹਿਣ ਕਰੇ। ਸੁਨੋ ਸਿੱਖ ਮਮਤਾ ਨੇ ਕਰਨੀ, ਇਹ ਮੇਰੇ ਸਿੱਖੋ ਸੁਣੋ, ਕਦੇ ਕਿਸੇ ਵਸਤੂ ਨਾਲ ਮਮਤਾ ਨਹੀਂ ਕਰਨੀ, ਕਿਸੇ ਵਸਤੂ ਦੇ ਨਾਲ ਮੈਂ ਮੇਰੀ ਦੀ ਪਕੜ ਦੀ ਬਿਰਤੀ ਨਹੀਂ ਬਣਾਉਣੀ। ਭਲੇ ਬੁਰੇ ਕੀ ਸੇਵਾ ਧਰਨੀ, ਕੋਈ ਭਲਾ ਹੋਵੇ ਬੁਰਾ ਹੋਵੇ, ਗੁਰੂ ਕੇ ਲੰਗਰਾਂ ਵਿੱਚ, ਤੁਹਾਡੇ ਲੰਗਰਾਂ ਵਿੱਚ ਆ ਜਾਵੇ, ਬਸ ਉਹਦੀ ਸੇਵਾ ਕਰਨੀ, ਉਹਨੂੰ ਭੋਜਨ ਛਕਾਉਣਾ। ਇਹ ਨਾ ਵੇਖੇ ਵੀ ਇਹ ਬੰਦਾ ਬੁਰਾ, ਇਹਨੂੰ ਨਹੀਂ ਅਸੀਂ ਗੁਰੂ ਕੇ ਲੰਗਰ 'ਚ ਰੋਟੀ ਖਾਣ ਦੇਣੀ, ਇਹ ਤਾਂ ਬੜਾ ਮਾੜਾ ਬੰਦਾ ਹੈ। ਕੋਈ ਆ ਜਾਏ, ਮਹਾਰਾਜ ਜੀ ਕਹਿੰਦੇ ਉਹਦੀ ਸੇਵਾ ਕਰਨੀ ਹੈ। ਨੀਚ ਸੰਗ ਨੇ ਕੀਜੇ ਮਿੱਤਰ, ਜਿਹੜਾ ਨੀਚ ਵਿਅਕਤੀ ਹੈ, ਨੀਵੇਂ ਕਿਰਦਾਰ ਦਾ, ਨਿਗਰਿਆ ਹੋਇਆ, ਮਹਾਰਾਜ ਜੀ ਕਹਿੰਦੇ ਕਦੇ ਉਹਦੀ ਸੰਗਤ ਨਹੀਂ ਕਰਨੀ। ਸਾਖਤ ਦੀ, ਦੁਰਜਨ ਦੀ ਸੰਗਤ ਨਹੀਂ ਕਰਨੀ। ਬਚਨ ਹਾਰ ਕਾ ਝੂਠ ਚਰਿੱਤਰ, ਕਹਿੰਦੇ ਜਿਹੜਾ ਬਚਨ ਹਾਰ ਜਾਏ, ਬਚਨ ਕਰਕੇ ਬਚਨ ਤੋਂ ਖਿਸਕ ਜਾਏ, ਮਹਾਰਾਜ ਜੀ ਕਹਿੰਦੇ ਉਹਦਾ ਕਦੇ ਵਿਸ਼ਵਾਸ ਨਹੀਂ ਕਰਨਾ ਤੇ ਉਹਦੀ ਸੰਗਤ ਵੀ ਨਹੀਂ ਕਰਨੀ। ਜਿਹੜਾ ਬਚਨ ਹਾਰ, ਜਿਹੜਾ ਬਚਨ ਕਰਕੇ ਬਚਨ ਤੋਂ ਹਾਰ ਜਾਵੇ, ਉਹਦਾ ਸਭ ਚਰਿੱਤਰ ਝੂਠਾ ਹੈ। ਜੋ ਮੇਰਾ ਸ਼ੁਭ ਸਿੱਖ ਕਹਾਵੇ, ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸ਼ੁਭ ਸਿੱਖ ਕਹਾਉਂਦਾ ਹੈ, ਪਾਹੁਲ ਲੈ ਸ਼ੁਭ ਕਰਮ ਕਮਾਵੇ, ਖੰਡੇ ਦੀ ਪੌਲ ਛਕ ਕੇ ਸ਼ੁਭ ਕਰਮਾਂ ਨੂੰ ਕਮਾਵੇ। ਜਿਹੜਾ ਮੇਰਾ ਸਿੱਖ ਹੈ, ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸ਼ੁਭ ਸਿੱਖ ਹੈ, ਇੱਥੇ ਸ਼ੁਭ ਸਿੱਖ ਕਿਹਾ, ਜਿਹੜਾ ਮੇਰਾ ਸ਼ੁਭ ਸਿੱਖ ਹੈ ਉਹ ਖੰਡੇ ਦੀ ਪੌਲ ਛਕ ਕੇ ਸ਼ੁਭ ਕਰਮ ਕਮਾਵੇ। ਪਿਛਲੇ ਅਗ ਸਭ ਜਾਏ ਬਿਲਾਏ, ਜਿਹੜਾ ਖੰਡੇ ਕੀ ਪੌਲ ਛਕ ਕੇ ਤਿਆਰ ਬਰ ਤਿਆਰ ਹੋ ਜਾਂਦਾ ਹੈ, ਉਹਦੇ ਪਿਛਲੇ ਜਿੰਨੇ ਵੀ ਕੀਤੇ ਹੋਏ ਮਾੜੇ ਭੈੜੇ ਕਰਮ ਨੇ ਕੱਟੇ ਜਾਂਦੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਜਿੰਨੇ ਵੀ ਪਾਪ ਨੇ, ਪਾਤਸ਼ਾਹ ਕਹਿੰਦੇ ਇਸ ਜਨਮ ਦੇ ਹੀ ਨਹੀਂ, ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਸਾਰੇ ਪਾਪ ਦਗਧ ਭ੍ਰਸ਼ਟ ਹੋ ਜਾਂਦੇ ਹਨ। ਜਿਹੜਾ ਖੰਡੇ ਕੀ ਪੌਲ ਛਕ ਕੇ ਤਿਆਰ ਬਰ ਤਿਆਰ ਹੋ ਜਾਂਦਾ ਹੈ। ਗੁਰ ਸ਼ਰਨੀ ਜਬ ਹੀ ਪਰ ਜਾਏ, ਜਦੋਂ ਖੰਡੇ ਦੀ ਪੌਲ ਛਕ ਕੇ ਮੇਰਾ ਸਿੱਖ ਗੁਰੂ ਦੀ ਸ਼ਰਨ 'ਚ ਪੈ ਜਾਂਦਾ ਹੈ, ਗੁਰੂ ਦੀ ਪਨਾਹ 'ਚ ਪੈ ਜਾਂਦਾ ਹੈ, ਤਾਂ ਉਹਦੇ ਪਿਛਲੇ ਗੁਨਾਹ, ਉਹਦੇ ਪਿਛਲੇ ਪਾਪ ਸਾਰੇ ਗੁਰੂ ਜੀ ਬਖਸ਼ ਦਿੰਦੇ ਹਨ। ਅਸੁਰ ਭੂਤ ਕੀ ਸੇਵਾ ਤਜੇ, ਤੇਰਾ ਸਿੱਖ ਕਦੇ ਕਿਸੇ ਦਾਨਵੀ ਬਿਰਤੀ ਵਾਲੇ ਦੀ ਪੂਜਾ ਨਾ ਕਰੇ।
ਜਾਂ ਕਿਸੇ ਭੂਤ ਦੀ ਪ੍ਰੇਤ ਨੂੰ ਨਾ ਸੇਵੇ, ਪਾਹਨ ਕੀ ਪੂਜਾ ਨੇ ਔਰ ਜਜੈ। ਨਾ ਹੀ ਮੇਰਾ ਸਿੱਖ ਕਦੇ ਕਿਸੇ ਪੱਥਰ ਦੀ ਪੂਜਾ ਕਰੇ। ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਪੱਥਰ ਪੂਜਕ ਨਹੀਂ ਹੈ, ਪੱਥਰ ਦੀ ਵੀ ਮੇਰਾ ਸਿੱਖ ਪੂਜਾ ਨਾ ਕਰੇ। ਖਾਲਸਾ ਪੱਥਰ ਦਾ ਪੁਜਾਰੀ ਨਹੀਂ ਹੈ। ਹੁਣ ਕੋਈ ਆਖੇ ਕਿ ਪੰਜਾ ਸਾਹਿਬ ਤਾਂ ਪੱਥਰ ਪਿਆ ਹੋਇਆ, ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਾ ਉੱਥੇ, ਉਸ ਪੱਥਰ ਨੂੰ ਪੂਜਿਆ ਨਹੀਂ ਜਾਂਦਾ। ਉਹ ਪੱਥਰ ਨਾਲ ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਾ ਹੋਇਆ, ਉਹਦਾ ਸਤਿਕਾਰ ਕੀਤਾ ਜਾਂਦਾ, ਉਸ ਇਤਿਹਾਸ ਨੂੰ ਚੇਤੇ ਕੀਤਾ ਜਾਂਦਾ ਵੀ ਇਹਨੂੰ ਗੁਰੂ ਸਾਹਿਬ ਦੀ ਛੂਹ ਪ੍ਰਾਪਤ ਹੈ। ਪੂਜਾ ਗੁਰੂ ਦੀ ਹੁੰਦੀ ਹੈ, ਨਾ ਕਿ ਪੱਥਰ ਦੀ ਹੁੰਦੀ ਹੈ। ਇਸ ਕਰਕੇ ਭਾਈ ਇਹੋ ਜਿਹੇ ਵਹਿਮ ਭਰਮ ਤੇ ਤਰਕ ਉਤਰਕ ਕਰਨ ਵਾਲਿਆਂ ਤੋਂ ਸੁਚੇਤ ਰਿਹਾ ਕਰੋ। ਉਹ ਏਦਾਂ ਦੇ ਬਚਨ ਸੁਣਾ ਕੇ ਨਾ ਸਿੱਖਾਂ ਨੂੰ ਗੁੰਮਰਾਹ ਕਰਦੇ ਹਨ। ਮਹਾਰਾਜ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹ ਪੱਥਰ ਦੀ ਪੂਜਾ ਨਾ ਕਰੇ। ਤਾਂ ਭਲਾ ਦੱਸੋ ਕੋਈ ਸਿੱਖ ਪੱਥਰ ਨੂੰ ਪੂਜਦਾ ਨਹੀਂ, ਉਹ ਆਪਣੇ ਗੁਰੂ ਨੂੰ ਪੂਜਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ। ਹਾਂਜੀ, ਪਾਹਨ ਪੂਜਾ ਕਲ ਕਾ ਭਾਓ। ਪੱਥਰ ਦੀ ਪੂਜਾ ਕਰਨੀ ਕਲਯੁਗ ਦੀ ਲੋਕਾਂ ਦੀ ਵਿਰਤੀ ਹੈ, ਉਹ ਕਲਯੁਗ ਦਾ ਪ੍ਰਭਾਵ ਹੈ। ਮੜੀ ਮਸਾਣੀ ਝੂਠ ਸੁਆਓ। ਕਹਿੰਦੇ ਕਿਸੇ ਮੜੀ ਨੂੰ ਪੂਜਣਾ, ਕਿਸੇ ਮਸਾਣ ਨੂੰ ਪੂਜਣਾ, ਇਹ ਸਾਰੇ ਝੂਠ ਦੇ ਪ੍ਰਯੋਜਨ ਨੇ, ਇਹ ਸਾਰੇ ਝੂਠੇ ਪ੍ਰਯੋਜਨ ਹਨ। ਡਿੰਬ ਕਰੇ ਮੂੰਦੇ ਜੇ ਨਾਕ। ਪਖੰਡੀ ਬੜੇ ਨੇ ਸਮਾਜ ਵਿੱਚ, ਪਖੰਡ ਕਰਕੇ ਨੱਕ ਮੁੰਦ ਕੇ ਨਾ, ਤੇ ਉਧਰੋਂ ਅੱਖਾਂ ਮੁੰਦ ਕੇ ਤੇ ਉਧਰੋਂ ਨੱਕ ਦੇ ਉੱਤੇ ਹੱਥ ਰੱਖ ਕੇ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਐ। ਜਪਨੀ ਫੇਰੇ ਬੜਾ ਨਾਪਾਕ। ਤੇ ਅੱਖਾਂ ਮੁੰਦ ਕੇ ਤੇ ਉਧਰ ਨੱਕ ਜੀ ਵੀ ਮੁੰਦ ਕੇ ਤੇ ਹੱਥ ਵਿੱਚ ਮਾਲਾ ਫੜ ਕੇ ਲੋਕਾਂ ਨੂੰ ਵਿਖਾਉਂਦਾ ਤੇ ਨਾਲੇ ਮਾਲਾ ਜਪਦਾ। ਕਹਿੰਦੇ ਇਹੋ ਜਿਹਾ ਬੰਦਾ ਸਭ ਤੋਂ ਵੱਡਾ ਅਪਵਿੱਤਰ ਨਾਪਾਕ ਹੈ। ਗੁਰਦੇਵ ਨੇ 33 ਸਵਈਆਂ 'ਚ ਇਹੋ ਜਿਹੇ ਪਖੰਡੀਆਂ ਦਾ ਪਖੰਡ ਉਘੇੜ ਕੇ ਬਾਹਰ ਕੱਢੇ। ਪਾਤਸ਼ਾਹ ਕਹਿੰਦੇ ਆਖਾਂ ਨ ਭੀਤਰ ਤੇਲ ਕੋ ਡਾਰ ਕਾ ਲੋਗਾ ਨ ਨੀਰ ਬਹਾਏ ਦੇਖਾਵੇਂ। ਇਹੋ ਜਿਹੇ ਵੀ ਹੈਣ ਜਿਹੜੇ ਅੱਖਾਂ 'ਚ ਤੇਲ ਪਾ ਕੇ ਲੋਕਾਂ ਨੂੰ ਪਾਣੀ ਵਹਾ ਕੇ ਨਾ ਨੇਤਰਾਂ ਚੋਂ, ਜੀ ਵੇਖੋ ਕਿੰਨੇ ਵਿਰਾਗੀ ਸੰਤ ਨੇ, ਉਹ ਵਿਖਾਉਂਦੇ ਆ ਲੋਕਾਂ ਨੂੰ। ਇਹ ਸਭ ਪਖੰਡੀ ਨੇ, ਡਿੰਬੀ ਹਨ। ਮਹਾਰਾਜ ਜੀ ਕਹਿੰਦੇ ਇਹੋ ਜਿਹਾ ਡਿੰਬੀ ਪਖੰਡੀ ਨਾਪਾਕ ਹੈ, ਅਪਵਿੱਤਰ ਹੈ। ਜਿਨ ਕੇ ਪਾਉ ਨ ਅੰਤਰ ਫੁਰਾ। ਜਿਨ੍ਹਾਂ ਦੇ ਹਿਰਦੇ 'ਚ ਪ੍ਰੇਮ ਨਹੀਂ ਫੁਰਿਆ, ਕੇਵਲ ਲੋਕਾਂ ਨੂੰ ਪਖੰਡ ਕਰਕੇ ਵਿਖਾਉਂਦੇ ਆ। ਖਾਲਸਾ ਜੀ ਮਹਾਂਪੁਰਸ਼ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਘਰ ਸਭ ਤੋਂ ਵੱਧ ਖੰਡਨ ਜੇ ਦੋ ਚੀਜ਼ਾਂ ਦਾ ਕਰਦਾ, ਇੱਕ ਜ਼ੁਲਮ ਦਾ ਤੇ ਦੂਜਾ ਪਖੰਡ ਦਾ। ਜਿੱਥੇ ਪਖੰਡ ਹੈ ਪਖੰਡ ਦਾ ਖੰਡਨ ਹੈ, ਜਿੱਥੇ ਜ਼ੁਲਮ ਹੈ ਉੱਥੇ ਜ਼ੁਲਮ ਦਾ ਵੀ ਖੰਡਨ ਹੈ। ਇਹ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਆਵਾਜ਼ ਉੱਠਦੀ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਇਹੋ ਜਿਹਾ ਪਖੰਡੀ ਹੈ ਉਹਦੇ ਹਿਰਦੇ 'ਚ ਪ੍ਰੇਮ ਨਹੀਂ, ਉਹ ਪ੍ਰੇਮ ਤੋਂ ਵੀ ਹੋਣਾ ਹੈ। ਕਿਉਂ ਮੂਰਖ ਤੀਰਥ ਭ੍ਰਮ ਫੇਰਾ। ਉਹ ਮੂਰਖਾ ਕਾਹਨੂੰ ਤੀਰਥਾਂ ਤੇ ਠੋਕਰਾਂ ਖਾਂਦਾ ਫਿਰਦਾ, ਲੋਕਾਂ ਨੂੰ ਵਿਖਾਵਾ ਕਰਕੇ ਪਖੰਡ ਕਰਨ ਵਾਸਤੇ ਕਾਹਨੂੰ ਭਟਕਦਾ ਫਿਰਦਾ। ਕੀਰਤਨ ਭਜਨ ਗੰਗ ਜਲ ਧਾਰ। ਕੀਰਤਨ ਭਜਨ ਕਰਨਾ ਤੇ ਫਿਰ ਗੰਗਾ ਦਾ ਜਲ ਧਾਰਨ ਕਰਨਾ। ਸੋਈ ਮੁਕਤ ਜੋ ਭਜੇ ਮੁਰਾਰ। ਏਦਾਂ ਨਹੀਂ ਕੋਈ ਮੁਕਤ ਹੋਣਾ ਵਿਖਾਵਾ ਕਰਕੇ। ਮਹਾਰਾਜ ਜੀ ਕਹਿੰਦੇ ਮੁਕਤ ਤਾਂ ਉਹ ਹੋਵੇਗਾ ਜਿਹੜਾ ਉਸ ਪਰਮੇਸ਼ਰ ਦਾ ਭਜਨ ਕਰੇਗਾ। ਪਖੰਡ ਕੀਤਿਆਂ ਨਹੀਂ ਕਿਸੇ ਮੁਕਤ ਹੋਣਾ। ਮੁਕਤੀ ਤਾਂ ਪਰਮੇਸ਼ਰ ਦੇ ਭਜਨ ਦੁਆਰਾ ਹੋਣੀ ਹੈ। ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਹੀਂ ਛੁਟਕਾਰਾ ਹੋਣਾ। ਇਮ ਸਿੱਖਨ ਸੋ ਪ੍ਰਥਮ ਪ੍ਰਸੰਗ। ਏਦਾਂ ਮਹਾਰਾਜ ਜੀ ਨੇ ਪਹਿਲਾਂ ਦੇ ਜਿਹੜੇ ਪ੍ਰਸੰਗ ਨੇ ਸਿੰਘਾਂ ਨਾਲ ਕੀਤੇ, ਖਾਲਸੇ ਨਾਲ ਕੀਤੇ ਨੇ। ਕਰਿਓ ਸੁਨਾਵਨ ਚਿਤ ਹਿਤ ਸੰਗ। ਬੜੇ ਹਿੱਤ ਨਾਲ, ਬੜੇ ਪ੍ਰੇਮ ਨਾਲ ਮਹਾਰਾਜ ਜੀ ਖਾਲਸੇ ਨੂੰ ਬਚਨ ਸੁਣਾ ਰਹੇ। ਬ੍ਰਾਹਮਣਾਂ ਨੂੰ ਜਿਵੇਂ ਪਰਖਿਆ ਸੀ ਉਹ ਵੀ ਮਹਾਰਾਜ ਜੀ ਨੇ ਦੱਸਿਆ। ਫਿਰ ਉਹਨਾਂ ਬ੍ਰਾਹਮਣਾਂ ਦੇ ਕਿਹੋ ਜਿਹੇ ਕਰਤੱਵ ਹੁੰਦੇ ਨੇ। ਅਸਲ ਵਿੱਚ ਹਿੰਦੂ ਸ਼ਾਸਤਰਾਂ ਵਿੱਚ ਬ੍ਰਾਹਮਣ ਦੀ ਕੀ ਪਰਿਭਾਸ਼ਾ ਦੱਸੀ ਹੋਈ ਹੈ ਉਹ ਮਹਾਰਾਜ ਜੀ ਨੇ ਖਾਲਸੇ ਨੂੰ ਦੱਸੀ। ਫਿਰ ਜਿਹੜਾ ਬ੍ਰਾਹਮਣ ਸਿੱਖ ਬਣ ਜੇ ਉਹਦੇ ਲਈ ਕੀ ਮਰਿਆਦਾ ਉਹ ਵੀ ਮਹਾਰਾਜ ਜੀ ਨੇ ਦੱਸਿਆ। ਜਿਹੜਾ ਸਿੱਖ ਬਣ ਜੇ ਸਿੱਖ ਦੇ ਕੀ ਕਰਤੱਵ ਹੁੰਦੇ ਨੇ, ਸਿੱਖ ਦਾ ਕੀ ਧਰਮ ਕਰਤੱਵ। ਮਹਾਰਾਜ ਜੀ ਸਿੱਖ ਨੂੰ ਹਿਦਾਇਤ ਕਰਕੇ ਪੱਥਰ ਦੀ ਨਹੀਂ ਪੂਜਾ ਕਰਨੀ, ਪਖੰਡ ਨਹੀਂ ਕਰਨਾ। ਸਗੋਂ ਜਿਹੜਾ ਪਖੰਡ ਕਰੇ
ਉਹਦੇ ਪਖੰਡੀ ਦੇ ਸੰਗ ਤੋਂ ਦੂਰ ਰਹਿਣਾ, ਡਿੰਬੀ ਦਾ ਸੰਗ ਨਹੀਂ ਕਰਨਾ। ਕਲਯੁਗ ਦੇ ਵਿੱਚ ਪਖੰਡ ਜਿਹੜਾ ਉਹ ਸਿਰੇ ਚੜ੍ਹ ਕੇ ਬੋਲਦਾ ਹੈ। ਜਿੱਥੇ ਪਖੰਡ ਹੈ ਉੱਥੇ ਪੂਜਾ ਹੁੰਦੀ ਹੈ ਪਖੰਡ ਦੀ। ਤੋ ਬੜੇ ਤਾਮ-ਝਾਮ ਜੇ ਕੀਤੇ ਹੁੰਦੇ ਆ ਪਖੰਡੀਆਂ ਨੇ, ਕਈ ਤਰ੍ਹਾਂ ਦੇ ਰਾਹ ਵਿਖਾਏ ਹੁੰਦੇ। ਪ੍ਰਬੋਧ ਚੰਦਰ ਨਾਟਕ ਨਾਮ ਦਾ ਇੱਕ ਗ੍ਰੰਥ ਪੰਡਿਤ ਗੁਲਾਬ ਸਿੰਘ ਹੋਣਾ ਨੇ ਲਿਖਿਆ। ਉਹਦੇ ਵਿੱਚ ਜਦੋਂ ਪਖੰਡ ਦਾ ਉਹ ਨਿਰੂਪਣ ਕਰਦੇ ਆ ਨਾ ਵੀ ਪਖੰਡ ਕਿਹੋ ਜਿਹਾ ਹੁੰਦਾ ਹੈ, ਤਾਂ ਉਸ ਵਕਤ ਬੜੇ ਕਮਾਲ ਦਾ ਨਿਰੂਪਣ ਕੀਤਾ। ਉੱਥੇ ਕਹਿੰਦਾ ਉਹ ਬਟੂ ਪਿੱਛੇ ਹਟ, ਇੱਥੇ ਨਾ ਆਈ, ਇੱਥੇ ਸਾਡੇ ਜਿਹੜੇ ਸੰਤ ਜੀ ਨੇ ਉਹਨਾਂ ਦਾ ਛਾਵਾਂ ਦਾ ਤੇਰੇ ਤੇ, ਤੂੰ ਉਹਨਾਂ ਤੇ ਤੇਰੀ ਛਾਂ ਨਾ ਪੈ ਜਾਏ। ਪਹਿਲਾਂ ਜਾ ਨਹਾ ਕੇ ਆ ਗੰਗਾ ਦੇ ਵਿੱਚ, 10 ਵਾਰੀ ਨਹਾਉਣਾ, ਫਿਰ ਆਈ ਇੱਥੇ, ਕੱਪੜੇ ਇਦਾਂ ਦੇ ਪਾ ਕੇ ਆਈ, ਇਦਾਂ ਦਾ ਸਰੂਪ ਬਣਾ ਕੇ ਆਈ। ਉਹ ਬੜਾ ਸੋਹਣਾ ਵਿਸਥਾਰ ਕੀਤਾ ਉੱਥੇ ਪੜਨ ਵਾਲਾ ਹੈ। ਕਲਯੁਗ ਵਿੱਚ ਜਿੱਥੇ ਪਖੰਡ ਹੈ ਉੱਥੇ ਪੂਜਾ ਹੁੰਦੀ। ਮਹਾਰਾਜ ਜੀ ਸਪਸ਼ਟ ਕਹਿੰਦੇ, ਛੋਡੀ ਲੈ ਪਾਖੰਡਾ ਨਾਮ ਲੈ ਜਾਹੇ ਤਰੰਦਾ। ਸੱਜਣਾ ਪਖੰਡ ਛੱਡ ਦੇ, ਪਰਮੇਸ਼ਰ ਦਾ ਭਜਨ ਕੀਤਿਆਂ, ਅਕਾਲ ਪੁਰਖ ਦਾ ਨਾਮ ਜਪਿਆ ਇਸ ਸੰਸਾਰ ਤੋਂ ਤਰੀਦਾ ਹੈ। ਹੋਰ ਕੋਈ ਨਹੀਂ ਰਾਹ ਹੈ ਇਸ ਸੰਸਾਰ ਤੋਂ ਤਰਨ ਦਾ। ਇਸ ਕਰਕੇ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਕੋਈ ਆਖੇ ਜੀ ਮੈਂ ਤਾਂ ਗੰਗਾ ਦੇ ਕਿਨਾਰੇ ਜਾ ਕੇ ਰਹਿਣਾ, ਇਸ਼ਨਾਨ ਕਰਕੇ ਜੀ ਮੈਂ ਤਾਂ ਕੀਰਤਨ ਕਰਦਾ ਰਹਿਣਾ, ਗੰਗਾ ਕੰਢੇ ਜਲ ਧਾਰਾ ਕਰਦਾ ਰਹਿਣਾ ਹਾਂ। ਪਰ ਮਹਾਰਾਜ ਜੀ ਕਹਿੰਦੇ ਜੇ ਵਿਖਾਵੇ ਕਰਕੇ ਕਰਦਾ ਤੇ ਫਿਰ ਸਮਝ ਲੈ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਨਹੀਂ ਛੁਟਕਾਰਾ ਹੋਣਾ। ਗੁਰਦੇਵ ਜੀ ਖਾਲਸੇ ਨੂੰ ਹੋਰ ਹਦਾਇਤਾਂ ਕਰ ਰਹੇ ਨੇ, ਬਚਨ ਸੁਣਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਗੁਰੂ ਕਲਗੀਧਰ ਸੁਆਮੀ ਜੀ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬਮੈ ਪੰਜਨ ਗੁਣਤਾਸ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ, ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਵੇਕ, ਪਰੰਪਰ ਹਰ ਹਰੇ, ਹੈ ਪੀਓ ਵਣਹਾਰ, ਸੰਤਹ ਕੈ ਸਦਾ ਸੰਗ, ਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ, ਰਾਖੋ ਹੀ ਐ ਪਰੋਇ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।